ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਪੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਪਾਵਨ ਪਵਿੱਤਰ ਉਹ ਸਥਾਨ ਹੈ ਜਿੱਥੇ ਸੱਚੀ ਸਰਕਾਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ 1706 ਈਸਵੀ ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਮਾਂ ਦੇਸਾਂ ਦੇ ਘਰ ਆ ਕੇ ਰੁਕੇ। 9 ਦਿਨ ਭਾਗ ਲਾਏ, ਬੜੀਆਂ ਹੀ ਦਾਤਾਂ ਬਖਸ਼ਿਸ਼ ਕੀਤੀਆਂ, ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਹੱਥ ਲਿਖਤ ਪੋਥੀਆਂ, ਆਪਣੀਆਂ ਨਿਸ਼ਾਨੀਆਂ, ਜਿਨ੍ਹਾਂ ਦੀ ਸੇਵਾ ਕਰਨ ਦਾ ਸੁਭਾਗ ਬਚਪਨ ਤੋਂ ਪ੍ਰਾਪਤ ਹੋਇਆ। ਇਹਨਾਂ 50 ਸਾਲਾਂ ਦੌਰਾਨ ਮਾਈ ਦੇਸਾਂ ਨੇ ਅਗਵਾਈ ਕਰਕੇ ਬੜੇ ਹੀ ਥਾਵਾਂ 'ਤੇ ਭੇਜਿਆ, ਬੜੀ ਸਾਧਨਾ ਕਰਵਾਈ, ਬੜੇ ਹੀਰੇ ਮੋਤੀ ਜਵਾਹਰ ਝੋਲੀ ਪਾਏ, ਜਿਨ੍ਹਾਂ ਨੂੰ ਵਰਤਾਉਣ ਦਾ ਹੁਣ ਹੁਕਮ ਹੋਇਆ ਹੈ। ਪਾਤਸ਼ਾਹ ਦੀਆਂ ਬਖਸ਼ੀਆਂ ਹੋਈਆਂ ਉਹਨਾਂ ਬ੍ਰਹਮ ਗਿਆਨ ਦੀਆਂ ਦਾਤਾਂ ਜੋ ਮਾਤਾ ਦੇਸਾਂ ਨੇ ਸਾਡੀ ਝੋਲੀ ਪਾਈਆਂ, ਉਹਨਾਂ ਦੀ ਸਮਝ ਅਨੁਸਾਰ ਆਪਾਂ ਰੋਜ਼ਾਨਾ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਕਰਦੇ ਹਾਂ। ਆਓ ਅੱਜ ਸਾਂਝਾਂ ਪਾਈਏ। ਅੱਜ ਦਾ ਜੋ ਮੁੱਖ ਵਾਕ ਹੈ, ਗੌੜੀ ਕਬੀਰ ਜੀ। ਕਬੀਰ ਸਾਹਿਬ ਉਹ ਸ਼੍ਰੋਮਣੀ ਸੰਤ ਹੋਏ ਹਨ ਜਿਹੜੇ ਭਾਰਤ ਵਰਸ਼ ਦਾ ਇੱਕ ਧਰੂੰ ਤਾਰਾ ਨੇ, ਜਿਨ੍ਹਾਂ ਨੂੰ ਹਰ ਇੱਕ ਕਮਿਊਨਿਟੀ ਦੇ ਲੋਕ ਸੁਣਦੇ ਨੇ, ਜਿਨ੍ਹਾਂ ਦੀ ਬਾਣੀ ਪੜ੍ਹਦੇ ਨੇ, ਗਾਉਂਦੇ ਨੇ। ਇੱਕ ਆਮ ਗਲੀਆਂ 'ਚ ਫਿਰਦੇ ਜਿਹੜੇ ਸਾਧੂ ਹੁੰਦੇ ਨੇ, ਉਹ ਜਦੋਂ ਸ਼ਲੋਕ ਗਾਉਂਦੇ ਨੇ ਇੱਕ ਲਏ ਦੇ ਵਿੱਚ ਕਬੀਰ ਸਾਹਿਬ ਦੇ, ਤਾਂ ਕਿਆ ਅੰਮ੍ਰਿਤ ਵਰਦਾ। ਉੱਥੋਂ ਲੈ ਕੇ ਜਿਹੜੀਆਂ ਵਿਸ਼ਵ ਦੀਆਂ ਬੜੀਆਂ ਬੜੀਆਂ ਸਟੇਜਾਂ, ਬੜੇ ਬੜੇ ਲੋਕ ਜਿਹੜੇ ਧੁਨੰਤਰ ਨੇ ਸੰਗੀਤ ਦੇ, ਉਹ ਵੀ ਜਦੋਂ ਦੋਹੇ ਕਬੀਰ ਸਾਹਿਬ ਦੇ ਗਾਉਂਦੇ ਨੇ ਤਾਂ ਮਾਣ ਮਹਿਸੂਸ ਕਰਦੇ ਨੇ। ਇਹ ਬਾਬਾ ਕਬੀਰ ਸਾਹਿਬ ਜਿਨ੍ਹਾਂ ਦੀ ਬਾਣੀ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲੈ ਕੇ ਆਂਦੀ, ਔਰ ਉਹ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਵੱਡਾ ਉਪਕਾਰ ਦੁਨੀਆ 'ਤੇ ਕੀਤਾ ਕਿ ਇਹ ਦੁਨੀਆ ਦੇ ਲੋਕੋ, ਜੋ ਨਿਰੰਕਾਰ ਨੇ ਸੇਵਾ ਸੌਂਪੀ, ਜੋ ਘਟਨਾ ਮੇਰੇ ਨਾਲ ਘਟੀ, ਮੈਨੂੰ ਸੰਸਾਰ 'ਚ ਭੇਜਿਆ, ਉਹੀ ਘਟਨਾ ਕਬੀਰ ਸਾਹਿਬ ਨਾਲ ਵੀ ਘਟੀ। ਉਹੀ ਦਾਤ ਸਤਿਗੁਰੂ ਰਵਿਦਾਸ ਸਾਹਿਬ ਨੂੰ ਵੀ ਮਿਲੀ, ਉਹੀ ਭਗਤ ਸਧਨਾ ਜੀ ਨੂੰ ਵੀ ਮਿਲੀ, ਉਹੀ ਭਗਤ ਪੀਪਾ ਜੀ ਨੂੰ ਵੀ ਮਿਲੀ, ਉਹੀ ਰਾਮਾਨੰਦ ਪਰਮਾਨੰਦ ਮਹਾਂਪੁਰਖਾਂ ਨੂੰ ਦਾਤਾਂ ਮਿਲੀਆਂ। ਜਾਣੀ ਗੁਰੂ ਨਾਨਕ ਦਾ ਜਿਹੜਾ ਨਿਹਚਾ, ਗੁਰੂ ਨਾਨਕ ਦੀ ਦ੍ਰਿਸ਼ਟੀ ਕਿ ਇਸ ਬ੍ਰਹਿਮੰਡ ਦੇ ਵਿੱਚ ਜਿੰਨੀਆਂ ਜਾਗਤ ਰੂਹਾਂ ਨੇ, ਜਿੰਨੇ ਬੁੱਧ ਪੁਰਸ਼ ਨੇ, ਉਹ ਬੜੇ ਵਰਸਾਵੇ ਹੋਏ ਹੁੰਦੇ ਨੇ। ਜਿਨ੍ਹਾਂ ਦਾ ਮੇਲ ਹੋਈ ਗਿਆ ਉਹਨਾਂ ਦੀ ਬਾਣੀ ਸਤਿਗੁਰੂ ਲਈ ਗਏ, ਅਤੇ ਬਾਕੀ ਵੀ ਇਹ ਸਾਨੂੰ ਸਮਝ ਦਿੱਤੀ ਕਿ ਉਹ ਕਰਤੇ ਪੁਰਖ ਦੇ ਧਿਆਉਣ ਵਾਲੇ, ਉਹਨੂੰ ਚਾਹੁਣ ਵਾਲੇ ਇੱਕੋ ਹੀ ਹੁੰਦੇ ਆ, ਕਿਉਂਕਿ ਸਭ ਦਾ ਤਲ ਇੱਕੋ ਹੀ ਆ। ਤਾਂ ਹੀ ਸਾਰੀ ਬਾਣੀ ਅੰਤਰਾਤਮੇ ਉਤਮ ਨੂੰ ਕਹਿੰਦੀ ਹੈ ਕਿ ਅੰਦਰ ਜਾਓਗੇ ਤਾਂ ਤੁਹਾਨੂੰ ਇਹ ਗੱਲ ਪਤਾ ਲੱਗਣੀ ਆ, ਸੱਚੀ ਮੁੱਚੀ ਪਤਾ ਲੱਗਣੀ ਆ ਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਉਹ ਸਾਹਿਬ ਦਾ ਮਿਲਾਪ ਹੋਣਾ ਹੈ। ਆਓ ਕਬੀਰ ਸਾਹਿਬ ਕਹਿੰਦੇ ਨੇ, ਜਹ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਸਾਰਾ ਜੱਗ ਸਹਿਮ ਦੇ ਵਿੱਚ ਰਹਿੰਦਾ, ਹਰ ਇੱਕ ਜੀਵ ਜੰਤੂ ਇਨਸਾਨ ਮਰਨ ਤੋਂ ਡਰਦਾ, ਮਰਨ ਦੇ ਭੌ ਵਿੱਚ ਰਹਿੰਦਾ। ਨਿੱਕਾ ਜਿਹਾ ਜੀਵ ਵੀ ਜੇ ਅਸੀਂ ਦੇਖ ਗਏ, ਉਹਨੂੰ ਅਸੀਂ ਮਾਰਨ ਤੁਰੀਏ ਤਾਂ ਉਹ ਵਿਚਾਰਾ ਭੱਜਦਾ। ਜਿੱਥੋਂ ਤੱਕ ਹੋ ਸਕੇ ਉਹ ਆਪਣੀ ਜਾਨ ਬਚਾਉਂਦਾ। ਆਪਾਂ ਡਿਸਕਵਰੀ 'ਤੇ ਦੇਣੇ ਆ, ਜਦੋਂ ਸ਼ੇਰ ਪੈ ਜਾਂਦਾ ਤਾਂ ਕਿਵੇਂ ਜਾਨਵਰ ਆ ਜਿਹੜੇ, ਜੇ ਉਹਨਾਂ ਨੂੰ ਜਾਨ ਦੀ ਪਰਵਾਹ ਨਾ ਹੋਵੇ, ਉਹ ਖੜ ਜਾਣ ਵੀ ਲਓ ਸ਼ੇਰ ਬਾਦਸ਼ਾਹ ਤੁਸੀਂ ਆਏ ਹੋ, ਸਾਡੇ ਮਹਾਰਾਜੇ ਹੋ, ਛਕ ਲਓ। ਕਦੇ ਨਹੀਂ ਆਏ ਹੁੰਦਾ। ਹਰ ਕੋਈ ਭੱਜਦਾ, ਹਰ ਇੱਕ ਨੂੰ ਜੀਵਨ ਪਿਆਰਾ। ਅਤੇ ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਇਹ ਸੰਸਾਰ ਦੇ ਵਿੱਚ ਇਹੀ ਚੱਲਦਾ।
ਕਿਉਂਕਿ ਜਿਹੜੀ ਸਾਡੀ ਵਹਿ ਰਹੀ ਇੱਕ ਓਂਕਾਰ ਦੀ ਧਾਰਾ, ਇੱਕ ਓਂਕਾਰ ਸਤਨਾਮ ਆ, ਜਿਹਨੂੰ ਸਤ ਕਰਤਾਰ ਕਿਹਾ ਗੁਰੂ ਨਾਨਕ ਨੇ, ਅਸੀਂ ਉਹ ਕਰਤੇ ਪੁਰਖ ਦਾ ਅੰਸ਼ ਹੈ। ਪਰ ਸੀ ਜਦੋਂ ਮਾਤਾ ਪਿਤਾ ਦੇ ਰਗਤ ਬਿੰਦ ਰਾਹੀਂ ਸੰਸਾਰ 'ਚ ਆਉਣੇ ਆ, ਸਾਨੂੰ ਇੱਕ ਵਾਰੀ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਕਿ ਸਾਨੂੰ ਕੋਰਾ ਕਾਗਜ਼ ਬੁੱਧੀ ਦੇ ਕੇ ਤੋੜ ਦਿੱਤਾ ਜਾਂਦਾ, ਬਾਕੀ ਲੋਕ ਲਾ ਦਿੱਤਾ ਜਾਂਦਾ ਪਿਛਲੇ ਕਰਮਾਂ ਨੂੰ। ਉਹ ਜਿਵੇਂ ਜਿਵੇਂ ਪ੍ਰਾਲਬਧ ਅੱਗੇ ਵੱਧਦੀ ਆ ਉਵੇਂ ਉਵੇਂ ਸਾਹਮਣੇ ਆਉਂਦੇ ਆ। ਤੇ ਇੱਥੇ ਆਉਣ ਤੋਂ ਬਾਅਦ ਇੱਕ ਸਭ ਤੋਂ ਵੱਡੀ ਜਿਹੜੀ ਘਟਨਾ ਘਟਦੀ ਆ ਸਾਡੇ ਨਾਲ ਕਿ ਸਾਨੂੰ ਮੌਤ ਦਾ ਭੈ ਪੈ ਜਾਂਦਾ। ਤਾਂ ਸਤਿਗੁਰੂ ਕਹਿੰਦੇ ਸਾਰਾ ਸੰਸਾਰ ਇਸ ਭੈ ਦੇ ਵਿੱਚ ਰਹਿੰਦਾ, ਪਰ ਉਹ ਭੈ ਮੇਰਾ ਦੂਰ ਕਿਵੇਂ ਹੋਇਆ? ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਜਦੋਂ ਮੈਂ ਗੁਰੂ ਦਾ ਸ਼ਬਦ ਆਰਾਧਨਾ ਸ਼ੁਰੂ ਕਰਤਾ, ਗੁਰੂ ਦੀ ਦਿੱਤੀ ਵਿਧੀ ਅਨੁਸਾਰ ਮੈਂ ਆਪਣੇ ਆਪੇ ਨੂੰ ਜਾਣਨਾ ਸ਼ੁਰੂ ਕਰਤਾ, ਮੇਰਾ ਧਿਆਨ ਸੰਸਾਰ ਵਾਲੇ ਪਾਸਿਓਂ ਆਪਣੇ ਆਪੇ ਤੇ ਆਇਆ ਕਿ ਮੈਂ ਹਾਂ ਕੀ। ਮੈਂ ਕਿਸੇ ਦਿਨ 2-2.5 ਕਿਲੋ ਦਾ ਇੱਕ ਮਾਸ ਦਾ ਲੋਥੜਾ ਸੀ। ਮੈਂ ਵੱਧਦਾ ਕੌਣ ਆ ਜਿਹੜਾ ਇਹ ਵੱਧ ਰਿਹਾ? ਕੌਣ ਆ ਜਿਹੜਾ ਇਹ ਗੱਲ ਨੂੰ ਦੇਖ ਰਿਹਾ ਕਿ ਬਚਪਨ ਸੀ, ਜਵਾਨੀ ਆਈ, ਹੁਣ ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ, ਪਰ ਉਹ ਉਸੇ ਤਰ੍ਹਾਂ ਹੀ ਆ ਜਿਵੇਂ ਸੀਗਾ ਬਚਪਨ 'ਚ। ਉਹ ਕੌਣ ਆ? ਜਦੋਂ ਆਪਣੇ ਆਪੇ ਕੰਨੀ ਧਿਆਨ ਦਿੱਤਾ, ਪਵਨ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ, ਕਿਉਂਕਿ ਜਿਹੜੀ ਪਵਨ ਗੁਰੂ ਵਾਲੀ ਵਿਧੀ ਹੈ ਨਾ, ਗੁਰੂ ਨਾਨਕ ਸਾਹਿਬ ਦੇ ਰਹੇ ਨੇ, ਸਾਸ ਗਰਾਸ ਵਾਲੀ ਵਿਧੀ ਕਬੀਰ ਸਾਹਿਬ ਦੇ ਰਹੇ ਨੇ, ਇਹਨੂੰ ਕਿਸੇ ਪਾਸਿਓਂ ਪਕੜ ਲਓ, ਵਿਧੀ ਇੱਕੋ ਹੀ ਆ। ਜਿਹਨੂੰ ਬੁੱਧ ਨੇ ਬਹੁਤ ਜ਼ਿਆਦਾ ਪ੍ਰਚਾਰਿਆ, ਜਿਹਨੂੰ ਆਨਾਪਾਨ ਸਤੀ ਕਿਹਾ ਕਿ ਆਉਂਦੇ ਜਾਂਦੇ ਸਵਾਸਾਂ ਦੇ ਦਰਸ਼ਨ ਸਭ ਤੋਂ ਸਰਮੌਰ ਹੈ। ਠੀਕ ਹੈ, ਸਾਡੇ ਸਰੀਰ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਜਿਹੜਾ ਸਾਡਾ ਸਰੀਰ ਉੱਡੂ ਕਰਦਾ, ਬਹੁਤਾ ਕਾਮ, ਬਹੁਤਾ ਕ੍ਰੋਧ, ਬਹੁਤਾ ਲੋਭ, ਬਹੁਤਾ ਜ਼ਿਆਦਾ ਹੁੰਦਾ, ਅਤੇ ਉਹਨੂੰ ਭੱਜੇ ਨਿੱਠੇ ਬਿਨਾਂ ਜਾ ਕੇ ਨਹੀਂ ਆਉਂਦੀ, ਉਹ ਬਹਿ ਨਹੀਂ ਸਕਦਾ। ਉਹੋ ਜਿਹੇ ਬੰਦਿਆਂ ਲਈ ਫਿਰ ਹੋਰ ਵਿਧੀਆਂ ਪੈਦਾ ਕੀਤੀਆਂ। ਉਸ ਤਰ੍ਹਾਂ ਦੀਆਂ ਮੌਕੇ 'ਤੇ ਦੇਂਦਾ ਸਤਿਗੁਰੂ ਕਿ ਇਹਨੂੰ ਕਿਵੇਂ ਦਬਲਣਾ, ਇਹਨੂੰ ਸੇਵਾ ਰਾਹੀਂ ਸੈੱਟ ਕਰਨਾ ਕਿ ਇਹਨੂੰ ਕਹਿਣਾ ਕਿ ਆਹੀ ਚੀਜ਼ ਇੱਕ ਕਿਰਿਆ ਕਰੀ ਚੱਲ। ਜਦੋਂ ਥੱਕ ਜਾਂਦਾ ਫਿਰ ਉਸ ਟਿਕਾਣੇ 'ਤੇ ਆ ਜਾਂਦਾ, ਥੱਕਣ ਤੋਂ ਬਾਅਦ ਕਿ ਮੈਂ ਹੁਣ ਗੱਲ ਸੁਣ ਲਾਂ। ਅਸਲ ਗੱਲ ਇੰਨੀ ਕੀ ਹੈ ਕਿ ਜਦੋਂ ਤੁਸੀਂ ਅੰਦਰ ਜਾਣਾ, ਆਪਣੇ ਆਪੇ ਦੇ ਨੇੜ ਜਾਣਾ, ਇਦੋਂ ਸੁਪਰ ਕੋਈ ਵਿਧੀ ਨਹੀਂ ਹੈ ਸੁਣਨ ਵਾਲੀ ਅਤੇ ਸਵਾਸਾਂ ਵਾਲੀ। ਤਾਂ ਸਤਿਗੁਰੂ ਕਬੀਰ ਕਹਿੰਦੇ ਜਦੋਂ ਇਹ ਪਵਨ ਗੁਰੂ ਵੱਲ ਧਿਆਨ ਗਿਆ, ਸ਼ਬਦ ਦਾ ਪ੍ਰਕਾਸ਼ ਹੋਇਆ, ਅੰਦਰੋਂ ਉਹ ਸ਼ਬਦ ਠਾਠਾ ਮਾਰਦਾ ਦਿਸਿਆ ਜਿਹੜਾ ਆਦਿ ਤੋਂ ਸੱਚ ਹੈ, ਜੁਗਾਂ ਦੇ ਸਮੇਂ ਤੋਂ ਵੀ ਸੱਚ ਹੈ। ਉਹਦਾ ਪ੍ਰਕਾਸ਼ ਦਿਸਿਆ, ਪਤਾ ਲੱਗਿਆ ਕਿ ਤਾਂ ਨੂਰ ਹੈ ਸਾਰਾ ਕੁਛ। ਨੂਰ ਕਿਹੋ ਜਿਹਾ ਕਿ ਇੱਕ ਊਰਜਾ। ਸਾਡੇ ਹੱਡ ਵੀ ਸਾਨੂੰ ਫਿਰ ਹੱਡ ਨਹੀਂ ਦਿੰਦੇ ਜਦੋਂ ਅੰਦਰ ਜਾਂਦੇ ਆ, ਕਿ ਨਾ ਜਿਵੇਂ ਊਰਜਾ ਹੁੰਦੀ ਹੈ, ਕਿ ਜਿਵੇਂ ਨਿੱਕੇ ਭੰਬੂ ਤਾਰੇ ਜੇ ਆਪਾਂ ਨੂੰ ਸਿਖਰ ਦੁਪਹਿਰੇ ਦਿੰਦੇ ਆ, ਕਿਤੇ ਆਪਾਂ ਝੱਕ ਗਏ ਜਾਣੀਆਂ ਧੁੱਪ ਬੰਨੀ ਨੂੰ, ਉਸ ਤਰ੍ਹਾਂ ਦਾ ਵਰਤਾਰਾ ਦਿੰਦਾ ਕਿ ਸਾਰਾ ਕੁਛ ਇਹ ਜਿੰਨਾ ਵੀ ਹੈਗਾ ਇੱਕ ਜਾਣੀ ਕਹਿ ਲਓ ਵੀ ਭੰਬੂ ਤਾਰਿਆਂ ਦਾ ਜਾਲ ਜਿਹਾ ਹੀ ਦਿੰਦਾ ਸਰੀਰ, ਇਹ ਕੋਈ ਹੱਡੀ ਹੁੱਡੀ ਨਹੀਂ ਦਿੰਦੀ। ਸੰਸਾਰ ਦੇ ਵਿੱਚ ਵੀ ਆ ਪਹਾੜ ਪਹੂੜ ਸਾਰਾ ਕੁਛ ਨਹੀਂ, ਇੱਕ ਊਰਜਾ ਦਾ ਬਵੰਡਰ ਹੀ ਦਿੰਦਾ, ਜਿਵੇਂ ਧੂਏ ਦਾ ਪਹਾੜ ਹੁੰਦਾ। ਉਸੇ ਤੋਂ ਹੀ ਆਹ ਸ਼ਕਲਾਂ ਬਣ ਦਿੰਦੀਆਂ, ਜਿਹੇ ਜੀ ਕਿਸੇ ਰੂਹ ਦੀ ਸ਼ਕਲ ਉਨੀ ਕੁ ਦਿਸ ਜਾਂਦੀ, ਉਵੇਂ ਸਿਸਟਮ ਹੈ। ਅਤੇ ਕਬੀਰ ਸਾਹਿਬ ਕਹਿੰਦੇ ਜਿੱਦੇ ਉਹਦਾ ਪਤਾ ਲੱਗਿਆ ਨਾ, ਉਹ ਪ੍ਰਕਾਸ਼ ਪਤਾ ਲੱਗਿਆ ਕਿ ਮੈਂ ਸਰੀਰ ਨਹੀਂ ਹਾਂ, ਸਰੀਰ ਦੇ ਵਿੱਚ ਵਸਣ ਵਾਲਾ ਮੈਂ ਵਸਿੰਦਾ ਹਾਂ। ਸਰੀਰ ਤੋਂ ਬਾਹਰ ਮੈਂ ਪਹਿਲਾਂ ਵੀ ਸੀਗਾ, ਪਰਮ ਪਿਤਾ ਪਰਮਾਤਮਾ ਦੀ ਇਸ ਦੁਨੀਆ ਦੇ ਵਿੱਚ ਵਿਚਰ ਰਿਹਾ, ਅਤੇ ਸਰੀਰ ਦੇ ਰਾਹੀਂ ਮੈਂ ਇੱਧਰ ਆ ਗਿਆ। ਅਤੇ ਮੈਂ ਜਦੋਂ ਇਹ ਸਰੀਰ ਨੂੰ ਛੱਡ ਦੇਵਾਂਗਾ, ਜਿਵੇਂ ਸੱਪ ਕੁੰਜ ਛੱਡਦਾ, ਤਾਂ ਮੈਂ ਫਿਰ ਉਵੇਂ ਹੀ ਰਹਿਣਾ। ਜਿੱਦੇ ਇਹ ਗੱਲ ਸਮਝ ਆਈ, ਇਹ ਗੱਲ ਇਕੱਲੀ ਗੱਲ ਕਰੇ ਤੋਂ ਸਮਝ ਨਹੀਂ ਆਉਂਦੀ, ਜਿਵੇਂ ਮੈਂ ਬੋਲਤਾ ਤੇ ਤੁਹਾਨੂੰ ਸਮਝ ਆ ਜੂਗੀ। ਤੁਹਾਨੂੰ ਬਹਿਣਾ ਪੈਣਾ, ਆਪਣੇ ਨੇੜੇ ਆਉਣਾ ਪੈਣਾ। ਗੁਰੂ ਨਾਨਕ 10 ਪਾਤਸ਼ਾਹੀਆਂ ਸੰਤਾਂ ਭਗਤਾਂ ਦੇ ਲਿਖੇ ਹੋਏ ਬਚਨ ਆਪਣੇ 'ਤੇ ਧਾਰਨ ਕਰਨੇ ਪੈਣੇ ਆ। ਟਿਕਾ 'ਚ ਆਉਣਾ ਪੈਣਾ, ਥੋੜ੍ਹਾ ਬਹੁਤ ਟਿਕਾ ਦਾ ਮਸਲਾ ਇਹ, ਟਿਕਾ ਨਾਲ ਹੀ ਸਮਝ ਆਉਂਦਾ। ਸਹਿਜ ਮਾਰਗਣ ਜਿਹੜਾ ਗੁਰੂ ਨਾਨਕ ਦਾ, ਐਵੇਂ ਨਹੀਂ ਸਹਿਜ ਪਾਠ ਨੂੰ ਕਿਹਾ, ਐਵੇਂ ਨਹੀਂ ਸਹਿਜ ਰਹਿਣ ਨੂੰ ਕਿਹਾ। ਸਹਿਜ ਦੀ ਇੱਕ ਅਵਸਥਾ ਐਸੀ ਹੈ ਕਿ ਉਹਨੂੰ ਐਸਾ ਕੁਛ ਦਿਸਣ ਲੱਗ ਜਾਂਦਾ, ਸੁਣਨ ਲੱਗ ਜਾਂਦਾ, ਜਿਹੜਾ ਆਮ ਦੁਨੀਆ ਨੂੰ ਨਹੀਂ ਪਤਾ ਲੱਗਦਾ। ਤਾਂ ਕਬੀਰ ਸਾਹਿਬ ਕਹਿੰਦੇ ਜਹ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਗੁਰੂ ਦੇ ਸ਼ਬਦ ਰਾਹੀਂ ਅੰਦਰ ਪ੍ਰਗਾਸ ਹੋਇਆ, ਪਤਾ ਲੱਗਿਆ। ਜਿਵੇਂ ਸਾਡੇ ਹਰਿਮੰਦਰ ਸਾਹਿਬ ਦੀ ਵੀ ਰਚਨਾ ਉਵੇਂ ਬਣਾਈ ਹੈ ਕਿ ਇੱਕ ਪਾਸਾ ਜਾਣ ਵਾਲਾ, ਇੱਕ ਆਉਣ ਵਾਲਾ, ਕਿਹੜਾ ਇੱਕ ਪਿੰਗਲਾ, ਵਿਚਾਲੇ ਜਿੱਥੇ ਸੱਚਖੰਡ ਹੈ ਸਾਡੇ ਬਣਿਆ ਹੋਇਆ। ਇਹ ਜਦੋਂ ਅੰਦਰ ਲੰਘਦੇ ਆ, ਫਿਰ ਪੱਛਮ ਦੁਆਰੇ ਵਾਲੀ ਨੂੰ ਅੰਦਰ ਨੂੰ ਜਾ ਕੇ ਉਹ ਅੰਮ੍ਰਿਤ ਦੀ ਚੂੜੀ ਲੈਂਦੇ ਆ, ਉਹ ਕੁੰਡ ਬਣਿਆ ਹੋਇਆ। ਸਾਰਾ ਕੁਛ ਅੰਦਰ ਦੀਆਂ ਖੇਡਾਂ ਸਮਝਾਈਆਂ, ਜਿਵੇਂ ਸਾਡੇ 'ਚ 70% ਜਲ ਹੈ,
ਉਵੇਂ ਜਿਵੇਂ ਸਰੋਵਰ 'ਚ ਜਾਲਾ ਉਵੇਂ ਸਾਰਾ ਕੁਛ ਹੈ ਨਾ। ਸਤਿਗੁਰੂ ਨੇ ਬੜਾ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਅਬ ਕੈਸੇ ਮਰੋ ਮਰਨ ਬਣ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਹੁਣ ਕਿਵੇਂ ਮਰੀਏ, ਕਿਉਂਕਿ ਮਰਨ ਵਾਲੀ ਗੱਲ ਤਾਂ ਜਿਹੜੀ ਸੀਗੀ ਉਨਾ ਚਿਰ ਹੀ ਸੀ ਨਾ ਜਿੰਨਾ ਚਿਰ ਅਸੀਂ ਸਰੀਰ ਨੂੰ ਮੰਨਦੇ ਸੀ ਮੈਂ ਸਰੀਰ ਆ। ਉਨਾ ਚਿਰ ਹੀ ਬੰਦਾ ਮਨਮੁੱਖਾ ਜਿੰਨਾ ਚਿਰ ਉਹ ਸਰੀਰ ਨੂੰ ਮੰਨਦਾ ਕਿ ਮੈਂ ਆ। ਜਿੱਦੇ ਉਹਦੀ ਚੇਤਨਾ ਉਹਦਾ ਧਿਆਨ ਉਸ ਸ਼ਿਵ ਵੱਲ ਚਲਿਆ ਜਾਂਦਾ ਜਿਹੜਾ ਨਿਰਾਕਾਰ ਹੈ, ਜਿਹੜਾ ਅਕਾਲ ਹੈ, ਜਿਹੜਾ ਅਕਾਲ ਪੁਰਖ ਹੈ, ਆ ਸ਼ਕਤੀ ਸਰੀਰ ਆ ਜਿਹੜਾ, ਇਹ ਤੋਂ ਧਿਆਨ ਸ਼ਿਵ ਕੰਨੀ ਚਲਿਆ ਜਾਂਦਾ, ਉਦੋਂ ਹੀ ਉਹ ਗੁਰਮੁਖ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਹੁਣ ਕਿਵੇਂ ਮਰੀਏ, ਕਿਉਂਕਿ ਮਰਨ ਹੈ ਹੀ ਨਹੀਂ, ਜੀਵਨ ਆ। ਇੱਧਰੋਂ ਜੀਵਨ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਖਤਮ ਕਰੋਗੇ, ਉਹ ਸਰੀਰ ਨੂੰ ਖਤਮ ਕਰੋਗੇ, ਜੀਵਨ ਉਡਾਰੀ ਮਾਰ ਕੇ ਅੱਗੇ ਕਨਵਰਟ ਹੋ ਜਾਣਾ। ਮਰਦਾ ਇੱਥੇ ਹੈ ਨਹੀਂ, ਜੀਵ ਹੱਤਿਆ ਇੱਥੇ ਹੋ ਸਕਦੀ ਹੀ ਨਹੀਂ, ਜਿਹੜੀ ਪਹਿਲੀ ਗੱਲ ਪਤਾ ਲੱਗਦੀ ਆ ਅੰਦਰ ਜਾਣ ਤੋਂ ਪਹਿਲਾਂ, ਬਾਅਦ ਮਿਲਾਪ ਤੋਂ ਬਾਅਦ ਪਤਾ ਲੱਗਦੀ ਆ। ਅਬ ਕੈਸੇ ਮਰੋ ਮਰਨ ਮਨ ਮਾਨਿਆ। ਉਹ ਮਨ ਨੇ, ਉਹ ਵਿਚਾਰਾਂ ਨੇ, ਉਹ ਖਿਆਲਾਂ ਨੇ ਆਤਮਾ ਦੀ ਉਹ ਸੱਤਾ ਵੇਖ ਲਈ ਜਿਹੜੀ ਮਨ ਤੋਂ ਬਿਨਾਂ ਵੀ ਹੁੰਦੀ ਆ। ਮਨ ਤਾਂ ਉੱਠਣ ਵਾਲੀਆਂ ਲਹਿਰਾਂ ਵਾਂਗ ਆ, ਸਮੁੰਦਰ ਤਾਂ ਸਦਾ ਹੀ ਆ। ਉਹ ਲਹਿਰਾਂ ਨੇ ਵੀ ਉਹ ਦੇਖ ਲਿਆ ਕਿ ਅਸੀਂ ਇਹਦਾ ਰੂਪ ਆ ਸਮੁੰਦਰ ਦਾ। ਜਦੋਂ ਅਸੀਂ ਸ਼ਾਂਤ ਹੋ ਜਾਂਦੀਆਂ ਅਸੀਂ ਵੀ ਸਮੁੰਦਰ ਹੀ ਆ, ਜਾਣੀ ਲਹਿਰਾਂ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ। ਉਹ ਸਮੁੰਦਰੀ ਸੀ, ਸਮੁੰਦਰੀ ਹੈ, ਸਮੁੰਦਰੀ ਰਹਿਣਾ। ਇਵੇਂ ਜਿਵੇਂ ਅੰਦਰ ਜਾ ਕੇ ਪਤਾ ਲੱਗਦਾ ਕਿ ਮੈਂ ਪਰਮ ਸੱਤਾ ਦਾ ਇੱਕ ਅੰਗ ਆ, ਮੈਂ ਜੀਵਨ ਆ, ਜੀਵਨੀ ਮੈਂ ਹਾਂ, ਜੀਵਨੀ ਮੈਂ ਰਹੂੰਗਾ। ਇਹ ਤਾਂ ਸਰੀਰ ਨਾਲ ਅਟੈਚਮੈਂਟ ਕਰਕੇ ਮੈਨੂੰ ਲੱਗਦਾ ਕਿ ਮਰਦਾ। ਇਹ ਕਹਿੰਦੇ ਅਬ ਕੈਸੇ ਮਰੋ ਮਰਨ ਮਨ ਮਾਨਿਆ। ਹੁਣ ਤਾਂ ਮਨ ਨੇ ਮੰਨ ਲਈ ਕਿ ਗੱਲ ਤਾਂ ਸਾਰੀ ਇੰਨੀ ਕੁ ਸੀਗੀ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਹੁਣ ਜਿਹੜਾ ਉਹ ਰਾਮ ਹੈ, ਜਿਹੜਾ ਰਮਿਆ ਹੋਇਆ, ਜਿਹੜਾ ਸਾਸਵਤ ਸਮੁੰਦਰ ਹੈ, ਜਿਨ੍ਹਾਂ ਨੇ ਉਹ ਜਾਣਿਆ ਨਹੀਂ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਸਰੀਰ ਹੀ ਹਾਂ, ਹੁਣ ਤਾਂ ਉਹ ਮਰ ਜਾਂਦੇ ਆ, ਉਹ ਡਰ ਡਰ ਉੱਠਦੇ ਆ, ਉਹਨਾਂ ਨੂੰ ਭਏ ਆ, ਉਹਨਾਂ ਦੇ ਮਨ 'ਚ ਹੀ ਬੜੇ ਤੌਖਲੇ ਉੱਠਦੇ ਆ, ਮੇਰੇ ਤਾਂ ਹਟ ਗਏ। ਕਿਉਂਕਿ ਮੈਂ ਉਹ ਪਰਮ ਸੱਤਾ ਦਾ ਸਾਰਾ ਕਾਨੂੰਨ ਵੇਖ ਲਿਆ ਕਿ ਇਹ ਸਿਸਟਮ ਕੀ ਆ ਤੇ ਕਿਹਦਾ ਹੈ, ਕਿਹਨੇ ਬਣਾਇਆ। ਉਹ ਸਭ ਕੁਝ ਦਿਸਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਦੀ ਐਸੀ ਕਿਰਪਾ ਹੋ ਜਾਂਦੀ ਹੈ। ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਕਹਿੰਦੇ ਜੇ ਦੁਨੀਆ ਦੀਆਂ ਆਪਾਂ ਗੱਲਾਂ ਸੁਣੀਏ ਨਾ, ਜਿਹੜੇ ਬੰਦੇ ਨੂੰ ਜਮੇ ਹੀ ਕਾਸੇ ਦਾ ਧਿਆਨ ਨਹੀਂ, ਉਹ ਵੀ ਗੱਲਾਂ ਤੇ ਇਹੀ ਕਰਦਾ, ਉਹ ਇੱਥੋਂ ਕੀ ਲੈ ਜਾਣਾ, ਸਭ ਨੇ ਤੁਰ ਜਾਣਾ ਇੱਕ ਦਿਨ, ਮੈਂ ਵੀ ਮਰ ਜਾਣਾ, ਤੂੰ ਵੀ ਮਰ ਜਾਣਾ, ਇੱਥੇ ਡੱਕਾ ਨਹੀਂ ਹੈ, ਆਈ ਜਾਂਦੀ ਹੈ ਦੁਨੀਆ, ਜਾਈ ਜਾਂਦੀ। ਉਹ ਕਹੀ ਤਾਂ ਜਾਂਦਾ, ਪਰ ਉਹ ਪੂਰੀ ਚੇਤਨਾ ਲਾ ਕੇ ਆਪਦੇ ਤੇ ਦਿੰਦਾ ਨਹੀਂ। ਜੇ ਸੱਚੀ ਇਹ ਗੱਲ ਸੱਚ ਹੈ ਵੀ ਮੈਂ ਚਲੇ ਹੀ ਜਾਣਾ ਹੈ, ਫਿਰ ਇੰਨੀ ਚਿੰਤਾ ਕਾਹਦੀ, ਫਿਰ ਇੰਨੀ ਭੱਜ ਨੱਠ ਕਾਹਦੀ, ਇੰਨੀਆਂ ਠੱਗੀਆਂ ਠੋਰੀਆਂ ਕਾਹਦੇ ਲਈ। ਜੇ ਜਾਣਾ ਹੀ ਆ ਫਿਰ ਆਹ ਬੋਲ ਲਾਇਆਂ ਦਾ ਫਾਇਦਾ ਕੀ। ਪਰ ਉਹ ਇੱਕ ਕਹਿਣ ਦੀ ਗੱਲ ਹੀ ਆ, ਮਨ ਦਾ ਮੁੰਡਾ ਨਹੀਂ ਹੈ। ਪੈਸੇ ਨੂੰ ਦੇਖ ਕੇ ਜਾਂ ਕਿਸੇ ਅਹੁਦੇ ਨੂੰ ਦੇਖ ਕੇ ਤਾਂ ਚਿਚੜੀ ਬਣਿਆ ਵਾ, ਉਹ ਕਹੀ ਜਾਂਦਾ ਪਰ ਛੱਡਦਾ ਨਹੀਂ। ਕਹਿੰਦੇ ਮਰਨੋਂ ਮਰਨ ਕਹੈ ਸਭ ਕੋਈ, ਕਹਿੰਦੇ ਤਾਂ ਸਾਰੇ ਹੀ ਇੱਕ ਦਿਨ ਚਲੇ ਜਾਣਾ ਭਾਈ। ਸਹਿਜੇ ਮਰੈ ਅਮਰ ਹੋਏ ਸੋਈ। ਪਰ ਜਿਹੜਾ ਸੱਚੀ ਮਿੱਚੀ ਉਹ ਗੱਲ ਦੀ ਖੋਜ ਬੰਨੀ ਤੁਰ ਪੈਂਦਾ ਵੀ ਕੌਣ ਆ ਮੈਂ, ਕੀ ਗੱਲ ਮੈਂ ਮਰਦਾ ਨਹੀਂ, ਮੈਂ ਹਾਂ ਕੀ, ਮੈਂ ਕੌਣ ਆ, ਜਿੱਦੇ ਇਹਦੀ ਖੋਜ ਕਰਨੀ ਤੁਰ ਪੈਂਦਾ, ਸਹਿਜ ਦੇ ਮਾਰਗ ਪੈ ਜਾਂਦਾ। ਪਹਿਲਾਂ ਉਹ ਸਰੀਰ ਦੇ ਨੇੜੇ ਆਉਂਦਾ, ਸਰੀਰ ਦੇ ਵਿੱਚ ਉਹਨੂੰ ਹਰ ਗਤੀਵਿਧੀ ਦਿਸਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਰੌਂ ਚੱਲਦਾ, ਉਹਦਾ ਘਾਟ ਵੱਧ ਦਿਸਦਾ। ਫਿਰ ਜਿਵੇਂ ਜਿਵੇਂ ਆਪਣੇ ਸਵਾਸਾਂ ਦੇ ਨੇੜ ਆਉਂਦਾ, ਫਿਰ ਉਵੇਂ ਉਵੇਂ ਇਹਦਾ ਨਾ ਇੱਕ ਗੱਲ ਕਰਕੇ ਦੇਖ ਲਿਓ, ਜਿਹੜੇ ਤੁਸੀਂ ਆਪਾਂ ਸਾਂਝ ਪਾ ਰਹੇ ਹਾਂ, ਇਹਨਾਂ ਗੱਲਾਂ ਦਾ ਰੱਬ ਨੂੰ ਮੰਨਣ ਨਾਲ ਜਾਂ ਨਾ ਮੰਨਣ ਨਾਲ ਕੋਈ ਸੰਬੰਧ ਨਹੀਂ। ਇਹ ਇੱਕ ਸਾਇੰਟੀਫਿਕ ਸਿਸਟਮ ਆ ਜਿਹੜਾ ਸਾਨੂੰ ਗੁਰੂਆਂ ਪੀਰਾਂ ਰਿਸ਼ੀਆਂ ਨੇ ਦਿੱਤਾ। ਕਿੰਨਾ ਹੀ ਬੰਦਾ ਭੱਜਾ ਨੱਠਿਆ ਫਿਰਦਾ, ਉਹਨੂੰ ਕੋਈ ਪਤਾ ਨਹੀਂ ਕਾਸੇ ਚੀਜ਼ ਦਾ, ਰੱਬ ਦਾ ਜਾਂ ਹੋਰ ਦਾ। ਉਹਨੂੰ ਕਹੇ ਤੂੰ ਸ਼ਾਂਤੀ ਨਾਲ ਨਾ ਨਹਾ ਧੋ ਕੇ ਪਹਿਲਾਂ ਬੈਠ, ਜਦੋਂ ਬਹਿ ਜੇ ਉਹਨੂੰ ਕਹੇ ਵੀ ਲੰਬੇ ਲੰਬੇ 8 ਦਾ ਸਾਹ ਲੈ, ਸਾਹ ਲੰਬਾ ਅੰਦਰ ਲੈ, ਉਹਨੂੰ ਰੋਕ ਥੋੜ੍ਹਾ ਜਿਹਾ, ਫਿਰ ਬਾਹਰ ਕੱਢ ਦੇ। 10 ਵਾਰੀ ਐਂ ਕਰਨ ਤੋਂ ਬਾਅਦ ਹੁਣ ਤੂੰ ਥੋੜ੍ਹਾ ਜਿਹਾ ਬਸ ਇੰਨੀ ਕੁ ਕਿਰਪਾ ਕਰਕੇ ਅੱਖਾਂ ਕਰ ਬੰਦ, ਸਿਰਫ ਆਉਂਦੇ ਜਾਂਦੇ ਸਵਾਸਾਂ ਨੂੰ ਵੇਖ, ਇਹਦਾ ਦਰਸ਼ਨ ਕਰ। ਇਹ ਪਵਨ ਗੁਰੂ ਜਿਹੜਾ ਤੈਨੂੰ ਲਈ ਫਿਰਦਾ, ਜਿਹੜਾ ਤੇਰਾ ਬਚਪਨ ਤੋਂ ਨਾਲ ਆ, ਜਿਹਨੇ ਐਂਡ ਤੱਕ ਤੇਰੇ ਨਾਲ ਹੀ ਜਾਣਾ, ਇਹ ਉਹ ਆ। ਇਹਦਾ ਮਾੜਾ ਜਿਹਾ ਸੰਗ ਮਾਣ, ਗੁਰੂ ਦੇ ਕੀਤੇ ਦਰਸ਼ਨ, ਗੁਰੂ ਦੇ ਪਰਸੇ ਹੋਏ ਚਰਨ, ਕੀਤੀ ਘਾਲਣਾ ਕਿਧਰੇ ਨਹੀਂ ਜਾਂਦੀ, ਤਿਲ ਜਿੰਨੀ ਘਾਲਣਾ ਵੀ ਕਿਧਰੇ ਨਹੀਂ ਜਾਂਦੀ। ਤੂੰ ਇੱਕ ਦਿਨ ਹੀ ਬੈਠ, ਧੱਕੇ ਨਾ ਬਹਾਲੋ ਭਾਵੇਂ ਕੋਲੇ। ਅਸੀਂ ਦੇਖਿਆ ਕਰ ਕਰਕੇ ਕਿੰਨਾ ਹੀ ਕੋਈ ਭੱਜ ਨੱਠ ਕਰਦਾ ਫਿਰਦਾ ਵੇ। ਇੱਥੇ ਕਮਰੇ 'ਚ ਆਉਂਦੇ ਆ, ਜਦੋਂ ਕਹਿ ਦਈਦਾ ਆਪਾਂ 5 ਮਿੰਟ ਲਾਈਏ, ਜਦੋਂ ਅਗਲਾ ਲਾਉਂਦਾ ਜਾਂਦਾ ਅਨੁਭਵ ਦੱਸ ਕੇ ਜਾਂਦਾ, ਜੀ ਪਹਿਲੀ ਗੱਲ ਤਾਂ ਐਡੀ ਉਮਰ ਹੋ ਗਈ ਕਿਤੇ ਅੱਖਾਂ ਹੀ ਨਹੀਂ ਸੀ ਬੰਦ ਕਰੀਆਂ ਦਿਨੇ ਅਸੀਂ ਤਾਂ।
ਜਾਂ ਤਾਂ ਸੌਣ ਵੇਲੇ ਜਾਂ ਬਸ ਐਂ ਦਿੰਦੇ ਰਹੀਦਾ। ਪਹਿਲੀ ਵਾਰ ਪਤਾ ਲੱਗਿਆ ਕਿ ਅੰਦਰ ਇੰਨਾ ਕੁਛ ਹੈ, ਇੰਨੀ ਸ਼ਾਂਤੀ, ਇੰਨਾ ਸਕੂਨ, ਕਿਉਂਕਿ ਇੱਥੇ ਤਾਂ ਉਹ ਪ੍ਰੈਜੈਂਸ ਵੀ ਹੈ ਨਾ, ਸਤਿਗੁਰਾਂ ਦੇ ਬਚਨ ਹੈ, ਸਤਿਗੁਰੂ ਰਹਿ ਕੇ ਗਏ ਆ, ਫਿਰ ਮਾਈ ਦੇਸਾਂ ਦੀ ਕਮਾਈ, ਬਾਬਾ ਸੰਗੂ ਸਿੰਘ ਦੀ ਕਮਾਈ, ਫਿਰ ਉਦੋਂ ਬਾਅਦ ਜਿਹੜੇ ਸਤਪੁਰਸ਼ ਹੋਏ ਉਹਨਾਂ ਦੀ ਕਮਾਈ, ਬਚਪਨ ਤੋਂ ਸਾਡਾ ਇੱਥੇ ਜੋ ਵੀ ਆਉਂਦਾ ਗੱਲ ਇਹੀ ਚੱਲਦੀ ਆ ਹੈ ਨਾ। ਉਹਦਾ ਕਰਕੇ ਫਰਕ ਛੇਤੀ ਪੈਂਦਾ। ਇੱਕ ਜਦੋਂ ਬੰਦਾ ਦਰਸ਼ਨਾਂ ਲਈ ਤੁਰਦਾ, ਉਹਦਾ ਮਨ ਘਰੋਂ ਹੀ ਬਣਿਆ ਹੁੰਦਾ ਕਿ ਆਪਾਂ ਗੁਰੂ ਘਰ ਚੱਲੇ ਹਾਂ, ਵਧੀਆ ਉਹ ਨਹਾ ਨੂਹ ਕੇ ਆਪਦੇ ਆਪ ਨੂੰ ਫਰੈਸ਼ ਕਰਕੇ, ਖਿਆਲਾਂ ਨੂੰ ਵੀ ਕੋਸ਼ਿਸ਼ ਕਰਦਾ ਵੀ ਸੁੱਧ ਰਹਿਣ, ਆਪਾਂ 10ਵੇਂ ਪਾਤਸ਼ਾਹ ਦੇ ਜਾਣਾ। ਉਹਦਾ ਕਰਕੇ ਉਹ ਸਾਰਾ ਮੂਡ ਬਣਿਆ ਹੁੰਦਾ, ਉਹਦਾ ਕਰਕੇ ਵੀ ਇੱਥੇ ਛੇਤੀ ਵਾਪਰ ਜਾਂਦੀ ਹੈ ਗੱਲ। ਪਰ ਜੇ ਵੈਸੇ ਵੀ ਕਿਤੇ ਵੀ ਹੋਈਏ ਆਪਾਂ, ਤੁਸੀਂ ਕਰਕੇ ਦੇਖਿਓ, ਕਿਤੇ ਵੀ ਹੋ ਤੁਸੀਂ, ਆਉਂਦੇ ਜਾਂਦੇ ਸਵਾਸਾਂ ਦੇ 10 ਮਿੰਟ ਦਰਸ਼ਨ ਕਰ ਲਓ। ਚਲੋ ਮਨ ਨੂੰ ਨਾ ਕਈ ਵਾਰੀ ਇਹ ਗੱਲਾਂ ਔਖਾ ਕਰਦੀਆਂ, 5 ਮਿੰਟ ਕਰ ਲਓ ਵੀ ਅੱਜ ਆਪਾਂ 5 ਹੀ ਲਾਵਾਂਗੇ, ਤੇ 5 ਤੋਂ 1 ਸਕਿੰਟ ਨਹੀਂ ਉਹਦੀ ਖੜਾ ਹੋ ਜੀ, ਤੇ 5 ਮਿੰਟ ਤੁਹਾਡੇ ਲਾਏ ਵੀ ਤੁਹਾਨੂੰ ਦੱਸ ਦੇਣਗੇ ਕਿ ਜਿਵੇਂ ਉਹ ਵਾਰੀ ਬਾਣੀ 'ਚ ਵੀ ਦੱਸਿਆ ਨਾ, ਵੀ ਰੱਸੀ ਪੱਥਰ ਤੇ ਘਾਸਾ ਪਾ ਲੈਂਦੀ ਹੈ, ਪਾਣੀ ਦਾ ਤੌਕਾ ਡਿੱਗ ਡਿੱਗ ਕੇ ਥਾਂ ਬਣਾ ਲੈਂਦਾ ਹੈ। ਇੱਕ ਦਿਨ ਦੇ ਲਾਏ ਵੀ 5 ਮਿੰਟ ਤੁਹਾਡੀ ਜ਼ਿੰਦਗੀ ਨੂੰ ਗੇੜਾ ਖਵਾ ਕੇ ਰੱਖ ਦੇਣਗੇ। 3 ਮਹੀਨੇ ਕਰ ਲਿਓ, ਸਾਰੀ ਗੇਮ ਸਮਝ ਆ ਜੂ ਕਿ ਸਿਸਟਮ ਕੀ ਆ। ਫਿਰ ਆ ਸਾਰੀਆਂ ਭੱਜਾਂ ਨੱਠਾਂ ਸਾਰੀਆਂ ਜਿਹਦਾ ਕਰਕੇ ਸਾਨੂੰ ਜਿਹੜੀ ਤਪਸ ਰਹਿੰਦੀ ਆ, ਇਹ ਸਾਰਾ ਖਤਮ ਹੋ ਜਾਣਾ। ਇਹ ਕਰਕੇ ਦੇਖ ਲਿਆ ਕਰੋ, ਕਿਉਂਕਿ ਜੋ ਸਾਨੂੰ ਇਹੀ ਮਾਤਾ ਨੇ ਕਿਹਾ ਕਿ ਸਾਰੇ ਹੀ ਆਪ ਬਾਣੀ ਪੜ੍ਹੀ ਜਾਂਦੇ, ਹੋਰਾਂ ਨੂੰ ਵੀ ਪੜ੍ਹਾਈ ਜਾਂਦੇ ਆ। ਜਾਣੀ ਤੁਹਾਡੀ ਡਿਊਟੀ ਤਾਂ ਇਹ ਸੀ ਕਿ ਤੁਸੀਂ ਖੁਦ ਪੜ੍ਹ ਲਿਆ, ਖੁਦ ਜਾਣ ਲਿਆ, ਤੁਸੀਂ ਅਧਿਐਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਹੁਣ ਤੁਸੀਂ ਇਹ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਆ, ਉਹ ਸੂਤਰ ਦਿਓ ਲੋਕਾਂ ਨੂੰ, ਉਹ ਥਿਉਰੀਆਂ ਤੇ ਚੱਲ ਕੇ ਉਹਨਾਂ ਨੂੰ ਸ਼ਾਂਤੀ ਮਿਲੇ, ਉਹਨਾਂ ਦੇ ਅੰਦਰ ਪਰਮਾਨੰਦ ਆਵੇ। ਇੰਨਾ ਟਾਈਮ ਆ ਯੁੱਗ 'ਚ ਕਿਸੇ ਕੋਲ ਨਹੀਂ ਹੈ ਕਿ ਉਹ ਸਾਰਾ ਕੁਝ ਕਰੇ ਜਿਹੜਾ ਤੁਸੀਂ ਕਰਿਆ। ਹੁਣ ਜੇ ਮੈਂ 50 ਸਾਲ ਲਾਏ ਆ ਤਾਂ ਮੈਂ ਹੁਣ ਸਾਰਿਆਂ ਨੂੰ ਕਹਾਂ ਕਿ ਤੁਸੀਂ 50 ਲਾਓ, ਇਹ ਗੱਲ ਹੀ ਨਹੀਂ ਬਣਦੀ। ਮੈਨੂੰ ਕਿਵੇਂ ਸਹਿਜ ਆਇਆ, ਮੈਨੂੰ ਕਿਵੇਂ ਉਹ ਪ੍ਰਾਪਤੀ ਹੋਈ, ਮੇਰੇ ਅੰਦਰ ਉਹ ਕਿਵੇਂ ਘਟਨਾ ਘਟ ਗਈ, ਇਹ ਸਾਰਾ ਕੁਝ ਮੇਰਾ ਦੱਸਣ ਦਾ ਫਰਜ਼ ਹੈ ਕਿ ਆਹ ਗੱਲ ਐਂ ਰਹਿਣਾ। ਤੇ ਮੋਟੀ ਜੀ ਗੱਲ ਇਹ ਹੈ ਕਿ ਨੋਰਮਲ ਰਹਿਣ ਦੀ ਕੋਸ਼ਿਸ਼ ਕਰੋ। ਸੂੰਫ ਹੈ ਸ਼ੁਰੂ 'ਚ ਹੀ ਖਤਮ ਕਰ ਦਿਓ, ਜਾਣੀ ਆਪਣੇ ਆਪ ਨੂੰ ਦਿਲ 'ਚ ਜਚਾ ਲਓ ਕਿ ਇਹ ਕਣ ਕਣ ਉਹਦਾ ਰੂਪ ਆ ਕਰਤੇ ਦਾ। ਇਹ ਇਨਸਾਨ ਬੇਸ਼ੱਕ ਕੋਈ ਸੁੱਤਾ ਪਿਆ, ਬੇਸ਼ੱਕ ਉਹਨੂੰ ਨਹੀਂ ਪਤਾ, ਕਈ ਵਾਰੀ ਉਹ ਵਿਰੋਧ ਵੀ ਕਰਦਾ, ਕਈ ਵਾਰੀ ਗਾਲੀਆਂ ਵੀ ਦੇ ਦਿੰਦਾ, ਕੁਛ ਵੀ ਕਰਦਾ, ਪਰ ਆਪਾਂ ਨੂੰ ਪਤਾ ਕਿ ਰੂਪ ਕਰਤੇ ਦਾ ਹੀ ਆ। ਇਹ ਕਰਮਾਂ ਸਦਕਾ ਕੋਈ ਸਾਡੇ ਚੰਗੇ ਮਾੜੇ ਕਰੇ ਹੁੰਦੇ, ਉਹ ਵੇਲਾ ਆ ਜਾਂਦਾ ਤਾਂ ਉਹ ਸਾਨੂੰ ਗਲਤ ਬੋਲ ਜਾਂਦਾ, ਕਦੇ ਅਸੀਂ ਕਿਸੇ ਨੂੰ ਬੋਲਦੇ ਹੋਵਾਂਗੇ। ਉਹ ਸਾਰਾ ਕੁਝ ਚੱਲਦਾ ਰਹਿੰਦਾ, ਪਰ ਅੰਦਰੂਨੀ ਤੌਰ 'ਤੇ ਜਦੋਂ ਪਤਾ ਲੱਗ ਜਾਂਦਾ ਨਾ, ਮੇਰੇ ਪਰਮ ਪਿਤਾ ਪਰਮਾਤਮਾ ਦਾ, ਮੇਰੇ ਗੁਰੂ ਨਾਨਕ ਦਾ ਇਹ ਸਾਰੇ ਰੂਪ ਨੇ, ਇਹ 10 ਪਾਤਸ਼ਾਹੀਆਂ ਨੇ ਆਪਦੀ ਜ਼ਿੰਦਗੀ 'ਚ ਕਰ ਕਰਕੇ ਦਿਖਾਇਆ। ਕਿੱਡੀ ਜ਼ਿਆਦਾ ਨਿਮਰਤਾ ਹੋਣੀ ਆ ਜਦੋਂ ਆਪਾਂ ਸਾਖੀਆਂ ਪੜ੍ਹਦੇ ਹਾਂ ਜੀ। 5ਵੇਂ ਪਾਤਸ਼ਾਹ ਕੋਲੇ ਸੰਗਤ ਆਈ ਕਾਬਲ ਤੋਂ, ਤੇ ਉਹ ਸੰਗਤ ਨੂੰ ਆਮ ਰੂਪ 'ਚ ਫਿਰਦੇ ਆ, ਸੰਗਤ 'ਚ ਤੁਰੇ, ਉਹ ਬਜ਼ੁਰਗ ਆਏ ਵਿਆ ਨਾਲ, ਉਹਨਾਂ ਨੂੰ ਕਹਿੰਦੇ ਲਿਆਓ ਤੁਹਾਡਾ ਸਮਾਨ, ਗਠੜੀਆਂ ਬੰਨ੍ਹ ਕੇ ਪਾਸੇ ਰੱਖਤਾ, ਤੁਸੀਂ ਪਾਓ ਬਜ਼ੁਰਗੋ। ਉਹ ਪੈ ਗਏ ਤੇ ਉਹਨਾਂ ਦੀਆਂ ਲੱਤਾਂ ਘੁੱਟਣ ਲੱਗ ਗਏ। ਉਹ ਬਜ਼ੁਰਗ ਪੁੱਛਦੇ ਆ, ਕਹਿੰਦੇ ਅਸੀਂ ਤਾਂ ਇੰਨੇ ਦਿਨਾਂ 'ਚ ਤੁਰ ਕੇ ਆਏ ਹਾਂ ਜੀ, ਬੜੀ ਸਾਨੂੰ ਖਿੱਚ ਸੀ, ਅਸੀਂ ਤਾਂ ਪਹਿਲੀ ਵਾਰ ਦਰਸ਼ਨ ਕਰਨੇ ਆ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ, ਸਾਨੂੰ ਹੋ ਜਾਣਗੇ ਦਰਸ਼ਨ? ਮਹਾਰਾਜ ਕਹਿੰਦੇ ਹਾਂਜੀ, ਤੁਸੀਂ ਤੜਕੇ ਆਏ ਹੋ, ਦਰਬਾਰ 'ਚ ਹੋਣਗੇ ਦਰਸ਼ਨ ਤੁਹਾਨੂੰ ਕਿਉਂ ਨਹੀਂ ਹੋਣਗੇ? ਇਹ ਤਾਂ ਗੁਰੂ ਨਾਨਕ ਦੇ ਘਰ ਦੀ ਬਹੁਤ ਵੱਡੀ ਦੇਣ ਆ ਦੁਨੀਆ ਨੂੰ ਕਿ ਇੱਥੇ ਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਆ। ਕਿਸੇ ਕੌਮ ਦਾ ਹੋਵੇ ਕੋਈ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾਂ ਕੋ ਸਾਂਝਾ, ਇੱਥੇ ਤਾਂ ਸਾਰਿਆਂ ਨੂੰ ਸਾਂਝਾ। ਤੁਸੀਂ ਸੁਬਾਹ ਉੱਠ ਕੇ ਆਏ ਹੋ ਅੰਮ੍ਰਿਤ ਵੇਲੇ, ਕੋਈ ਗੱਲ ਨਹੀਂ, ਤੇ ਅਸੀਂ ਨਾਲ ਤੁਹਾਨੂੰ ਕਰਾਵਾਂਗੇ ਦਰਸ਼ਨ। ਆਪ ਸੇਵਾ ਕਰੀ ਜਾਂਦੇ, ਉਹਨਾਂ ਦੀਆਂ ਲੱਤਾਂ ਘੁੱਟੀ ਜਾਂਦੇ ਆ। ਚਲੋ ਜਦੋਂ ਨੀਂਦ ਆ ਗਈ, ਉਹਨਾਂ 'ਤੇ ਕੱਪੜਾ ਦਿੱਤਾ, ਸੌਂ ਗਏ, ਤੇ ਆਪ ਜਾ ਕੇ ਮਹਾਰਾਜ ਨੇ ਪ੍ਰਸ਼ਾਦਾ ਛਕਿਆ, ਆਰਾਮ ਕੀਤਾ, ਤੇ ਤੜਕੇ ਦਰਬਾਰ 'ਚ ਬੈਠਿਆ ਸਜੇ ਤਖਤ 'ਤੇ। ਉਹ ਸੰਗਤ ਜਦੋਂ ਜਾਂਦੀ ਆ ਤੇ ਉਹ ਦੇਂਦੇ ਆ ਬਜ਼ੁਰਗ ਕਿ ਉਹ ਮੁੰਡਾ, ਇਹ ਤਾਂ ਉਹੀ ਆ ਜਿਹੜਾ ਸਾਡੇ ਰਾਤ ਚਰਨ ਘੁੱਟੀ ਗਿਆ। ਬੜਾ ਧਾਹਾਂ ਨਿਕਲ ਜਾਂਦੀਆਂ ਦੇਖ ਕੇ ਕਿ ਉਹ ਦੀਨ ਦੁਨੀਆ ਦੇ ਬਾਲੀ, ਗੁਰੂ ਨਾਨਕ ਦੀ ਗੱਦੀ ਦੇ 5ਵੇਂ ਪਾਤਸ਼ਾਹ, ਸਾਹੇ ਸਹਿਣਸ਼ਾਹ ਰਾਤ ਸਾਡੇ ਚਰਨ ਘੁੱਟੀ ਗਏ। ਰੋਂਦੇ ਆ, ਜਾ ਕੇ ਬੇਨਤੀਆਂ ਕਰਦੇ, ਸਾਡੇ ਤੇ ਭਾਰ ਚੜਾਤਾ। ਉਹ ਕਹਿੰਦੇ ਨਹੀਂ, ਤੁਹਾਡੇ ਤੇ ਭਾਰ ਨਹੀਂ ਹੈ, ਤੁਸੀਂ ਸੋਚ ਕੇ ਦੇਖੋ ਕਿ ਜਗਤ ਗੁਰ ਬਾਬਾ ਗੁਰੂ ਨਾਨਕ ਦੇ ਘਰ ਦੀਆਂ ਤੁਸੀਂ ਸੰਗਤਾਂ ਹੋ। ਤੁਸੀਂ ਘਰੇ ਬੈਠਿਆਂ ਨੇ ਧੰਨ ਗੁਰੂ ਨਾਨਕ ਕਿਹਾ, ਤੁਸੀਂ ਧੰਨ ਕਰਦੇ ਉਸ ਨਿਰਾਕਾਰ ਸਰੂਪ ਦੇ ਦਰ 'ਤੇ ਆਏ ਹੋ ਜੋ ਨਿਰੰਕਾਰ ਆ। ਨਾਨਕ ਨਿਰੰਕਾਰੀ ਦਾ ਦਰਬਾਰ ਹੈ ਇਹ। ਮੇਰੇ ਲਈ ਤੁਸੀਂ ਵੱਡੇ ਥਾਂ ਹੋ, ਕਿਉਂਕਿ ਤੁਸੀਂ ਮੇਰੇ ਗੁਰੂ ਪਿਤਾ ਗੁਰੂ ਨਾਨਕ ਦੀਆਂ ਸੰਗਤਾਂ ਹੋ। ਤੇ ਹੋਰ ਗੱਦੀ ਕਾਹਦੇ ਵਾਸਤੇ ਹੁੰਦੀ ਹੈ? ਗੱਦੀ ਸੇਵਾ ਕਰਨ ਵਾਸਤੇ ਤਾਂ ਹੁੰਦੀ ਹੀ ਹੈ ਕਿ ਜਿਹੜਾ ਮੁਖੀ ਆ, ਜਿਹੜਾ ਮੁੱਖ ਸੇਵਾਦਾਰ, ਉਹ ਖੁਦ ਸੇਵਾ ਕਰੇ,
ਹੋਰ ਫਿਰ ਮੈਂ ਵੀ ਕੀ ਕਰਨਾ। ਮੈਂ ਗੁਰੂ ਨਾਨਕ ਦੀਆਂ ਸੰਗਤਾਂ ਦੀ ਸੇਵਾ ਵਾਸਤੇ ਬੈਠਾ। ਉੱਥੇ ਦੇਖੋ ਕੀ ਹਾਲਾਤ ਤੇ ਕੀ ਮਾਹੌਲ ਬਣ ਗਿਆ ਹੋਣਾ। ਤੇ ਅੱਜ ਤਾਂ ਜੇ ਮਾੜਾ ਜਾਂ ਕੋਈ ਉਹਦਾ ਕੋਈ ਮੀਤ ਗ੍ਰੰਥੀ, ਕੋਈ ਪ੍ਰਬੰਧਕ ਬਣ ਜੇ, ਕੋਈ ਪ੍ਰਧਾਨ ਬਣ ਜੇ, ਉਹਦੀ ਤੋਰ ਹੀ ਨਹੀਂ ਚੱਕੀ ਜਾਂਦੀ, ਨਿਗਾਹ ਹੀ ਨਹੀਂ। ਉਹ ਸਤਿ ਸ੍ਰੀ ਅਕਾਲ ਬੁਲਾਉਣੀ ਤਾਂ ਸੰਗਤਾਂ ਨੂੰ ਦੂਰ ਰਹੇਗੀ, ਉਹ ਮੰਨਦਾ ਵੀ ਨਹੀਂ ਹੈ। ਤੇ ਵੀ ਜੇ ਮੈਂ ਮੰਨ ਲਈ ਤਾਂ ਮੈਨੂੰ ਕੋਈ ਕਮਰਾ ਨਾ ਪੁੱਛ ਲੈਣ। ਹੁਣ ਤਾਂ ਇਹੀ ਕਾਰਨ ਹੈ ਕਿ ਸਾਡੇ 'ਚ ਗਿਰਾਵਟ ਆਈ ਹੈ ਜਿਹੜੀ, ਇਸੇ ਕਾਰਨ ਆਈ ਹੈ। ਅਸੀਂ ਗੁਰੂਆਂ ਦਾ ਜੋ ਜੀਵਨ ਸੀ, ਜੋ ਸਾਨੂੰ ਦੇ ਕੇ ਗਏ ਸੀ ਦਾਤਾਂ ਐਡੀਆਂ ਐਡੀਆਂ, ਉਹ ਤੋਂ ਅਸੀਂ ਬਹੁਤ ਦੂਰ ਚਲੇ ਗਏ ਹਾਂ। ਆਓ ਆਪਾਂ ਸਾਂਝ ਪਾਈਏ। ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਜਦੋਂ ਹੀ ਤੁਸੀਂ ਸਹਿਜ 'ਚ ਆ ਜਾਂਦੇ ਹੋ, ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ। ਫਿਰ ਉਹ ਜਿਹੜੇ ਸਹਿਸੇ ਹੁੰਦੇ ਆ, ਫਿਕਰ ਹੁੰਦੇ ਆ, ਉਹ ਨਿਬੜ ਜਾਂਦੇ ਆ। ਕਿਉਂਕਿ ਅਸੀਂ ਦਿੱਤੀ ਹੋਈ ਗੁਰੂਆਂ ਦੀ ਬਾਣੀ ਪੜ੍ਹੀ ਆ, ਉਹਨੂੰ ਧੰਨ ਕਿਹਾ। ਉਹ ਦਿਆਲੂ ਆ, ਉਹ ਕਿਰਪਾਲੂ ਆ, ਉਹਦੇ ਸਾਰੇ ਸਰੂਪ ਸਾਨੂੰ ਦਰਸ਼ਨ ਹੁੰਦੇ ਆ। ਇੱਕ ਵਾਰੀ ਦਰਸ਼ਨ ਹੋ ਗਏ ਨਾ, ਇੱਕ ਮਿੱਕਤਾ ਹੋ ਗਈ, ਗੱਲ ਬਣ ਜਾਣੀ ਆ। ਬਸ ਉਹਦੇ ਲਈ ਬਹਿਣਾ ਪੈਂਦਾ। ਇਹ ਰੋਜ਼ਾਨਾ ਦਾ ਕੰਮ ਹੈ। ਇਹੀ ਨਿਤਨੇਮ ਹੈ। ਇਹੀ ਗੁਰੂ ਨਾਨਕ ਦਾ ਮੂਲ ਮੰਤਰ ਹੈ ਕਿ ਤੁਸੀਂ ਆਪਣੇ ਸਵਾਸਾਂ ਦਾ ਖੜਾ ਨਹੀਂ ਛੱਡਣਾ। ਦਿਨੇ ਵੀ ਜਦੋਂ ਹੀ ਟਾਈਮ ਲੱਗਦਾ ਆਉਂਦੇ ਜਾਂਦੇ ਸਵਾਸਾਂ ਨੂੰ ਵੇਖੋ, ਕਹੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਕਰ ਕਿਰਪਾ ਪਾਤਸ਼ਾਹ, ਧੰਨ ਗੁਰੂ ਨਾਨਕ। ਤੇ ਜਿਹਨੇ ਧੰਨ ਗੁਰੂ ਨਾਨਕ ਜ਼ਿੰਦਗੀ 'ਚ ਕਿਹਾ ਨਾ, ਤੇ ਜਿਹਨੇ ਨਾਨਕ ਨੂੰ ਪੂਜਿਆ, ਫਿਰ ਨਾਨਕ ਨੇ ਪੂਜਾ ਕਰਵਾਤੀ ਹੈ ਦੁਨੀਆ ਤੋਂ। ਅਸੀਂ ਦੇਣੇ ਆ ਹੈ ਨਾ ਸਾਰਾ ਕੁਛ। ਫਿਰ ਅੱਗੇ ਸਤਿਗੁਰੂ ਕੀ ਕਹਿੰਦੇ ਆ, ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਹੁਣ ਕਬੀਰ ਸਾਹਿਬ ਕਹਿੰਦੇ ਜਿਵੇਂ ਜਿਵੇਂ ਅੰਦਰ ਗਏ, ਜਿਵੇਂ ਜਿਵੇਂ ਆਪਣੇ ਆਪੇ ਨੂੰ ਜਾਣਿਆ, ਕਿ ਖੇਡ ਅੰਦਰੋਂ ਬਣਨੀ ਆ। ਜਾਣੀ ਜਦੋਂ ਆਪਾਂ ਅੱਗੇ ਬਾਣੀ ਪੜਾਂਗੇ ਨਾ, ਕਬੀਰ ਸਾਹਿਬ ਕਹਿਣਗੇ ਤੀਰਥਾਂ ਤੇ ਨਹੀਂ ਜਾਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਉਹ ਸਾਰੇ ਕਾਹੇ ਤੋਂ ਰੋਕਦੇ ਆ। ਕਾਰਨ ਕੀ ਆ? ਕਿਉਂਕਿ ਸਾਨੂੰ ਜਿੰਨਾ ਚਿਰ ਦਬਕੇ ਨਾਲ ਵੀ ਨਹੀਂ ਨਾ ਰੋਕਿਆ ਜਾਂਦਾ, ਸਾਨੂੰ ਸਮਝ ਹੀ ਨਹੀਂ ਆਉਂਦੀ। ਕਹਿਣ ਦਾ ਮਤਲਬ ਇੰਨਾ ਸਾਰੇ ਗੁਰੂਆਂ ਪੀਰਾਂ ਦਾ, ਕਬੀਰ ਸਾਹਿਬ ਦਾ ਵੀ, ਕਿ ਜੋ ਹੈ ਤਾਂ ਤੇਰੇ ਕੋਲ, ਹੈ ਤਾਂ ਤੇਰੇ ਅੰਦਰ। ਤੇ ਤੂੰ ਬਾਹਰ ਜੋ ਵੀ ਕਰਦਾ ਨਾ, ਜੇ ਉਦੋਂ ਵਾਲੇ ਤੀਰਥ ਸੀ ਤਾਂ ਅੱਜ ਵਾਲੇ ਪਾਠ ਪੂਜਾ ਵੀ ਸਾਨੂੰ ਉਲਝਾਉਂਦੇ ਆ। ਜੋ ਵੀ ਕਰਦਾ ਤੂੰ ਬਾਹਰ ਨੂੰ ਕਰਦਾ, ਤੂੰ ਅੰਦਰ ਕਿਉਂ ਨਹੀਂ ਜਾਂਦਾ? ਤੂੰ ਆਪਣੇ ਨੇੜੇ ਆ। ਪਾਠ 'ਚੋਂ ਸਿਰਫ ਇਹ ਸਿੱਖਣਾ ਮੈਂ ਕਰਨਾ ਕੀ ਆ। ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਅਸੀਂ ਸਿੱਖਣਾ ਕਿ ਉਹ ਇੱਕ ਓਂਕਾਰ ਦਾ ਪਸਾਰਾ ਸਾਰਾ, ਉਹ ਇੱਕ ਓਂਕਾਰ ਆ ਜਿਹੜਾ ਆਦਿ ਤੋਂ ਸੱਚ ਆ। ਉਹਨੂੰ ਅਸੀਂ ਜਾਣਨਾ, ਅਸੀਂ ਨਿਰਭਉ ਹੋਣਾ, ਨਿਰਵੈਰ ਹੋਣਾ, ਇਹ ਉਹਦੇ ਸੁਭਾਅ, ਅਸੀਂ ਉਹਦੇ ਅਨੁਸਾਰ ਹੋਣਾ। ਉਹ ਅਜੂਨੀ ਆ, ਅਸੀਂ ਵੀ ਜਾਣਨਾ ਕਿ ਅਸੀਂ ਜੂਨਾਂ 'ਚੋਂ ਰਹਿਤ ਕਿਵੇਂ ਹੋ ਸਕਦੇ ਹਾਂ, ਅਸੀਂ ਕੌਣ ਆ। ਅਸੀਂ ਇਹ ਗੱਲ ਨੂੰ ਜਾਣਨਾ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਜਿੱਡੀ ਮਰਜ਼ੀ ਆਰਜਾ ਹੋ ਜੇ 4 ਯੁੱਗਾਂ ਜਿੰਨੀ, ਜੇ ਉਹਦੀ ਨਜ਼ਰ ਤੋਂ ਪਾਸੇ ਰਹੇਗਾ ਡੱਕੇ ਹੀ ਨਹੀਂ ਬਣਨਾ। ਫਿਰ ਉਹ ਨਜ਼ਰ 'ਚ ਆਵਾਂਗੇ ਕਿਵੇਂ? ਨਾਨਕ ਦੇਖਿਆ ਇੱਕ ਗੱਲ ਕਿਹੜੀ? ਆ ਜਾ ਨੇੜੇ। ਆਉਂਦੇ ਜਾਂਦੇ ਸਵਾਸਾਂ ਤੋਂ ਨੇੜੇ ਲਿਜਾਣ ਵਾਲੀ ਦੁਨੀਆ ਤੇ ਕੋਈ ਵਿਧੀ ਨਹੀਂ ਹੈ, ਕੋਈ ਵਿਧਾਨ ਹੀ ਨਹੀਂ ਹੈ। ਹੋਰ ਨੇੜੇ ਆਉਂਗੇ ਕਿਵੇਂ? ਇਹੀ ਕਾਰਨ ਹੈ ਕਿ ਜਿਹੜੇ ਪ੍ਰਚਾਰ ਵੀ ਕਰਦੇ ਉਹ ਖੁਦ ਵੀ ਔਖੇ ਆ, ਕਿਉਂਕਿ ਬਹਿੰਦੇ ਨਹੀਂ। ਬਸ ਇੱਕ ਉਹਨਾਂ ਦੀ ਸੌਖ ਸਾਨੂੰ ਬਹੁਤ ਲੋਕਾਂ ਦੀ ਇਹ ਦਿੰਦੀ ਹੈ ਕਿ ਉਹਨਾਂ ਕੋਲ ਪੈਸਾ। ਅਸੀਂ ਪੈਸਾ ਦੇਖਦੇ ਹਾਂ, ਗੱਡੀਆਂ ਦੇਖਦੇ ਹਾਂ, ਕੋਠੀਆਂ ਵੇਖਦੇ ਹਾਂ, ਸਾਨੂੰ ਲੱਗਦਾ ਲੋਕ ਸੌਖੇ ਆ। ਪਰ ਸਾਨੂੰ ਗੁਰੂ ਮਹਾਰਾਜ ਨੇ ਨਾ ਦਸਤਾਰ ਦੇ ਕੇ ਆਪਣੀ, ਮੈਨੂੰ ਤਾਂ ਲੱਗਦਾ ਬਹੁਤ ਵੱਡੀ ਕਿਰਪਾ ਜਾਣ ਬੁੱਝ ਕੇ ਕਰੀ ਕਿ ਤੂੰ ਘਰਾਂ 'ਚ ਜਾ ਦੇਖੀ ਲੋਕਾਂ ਦੇ ਹਾਲ ਕੀ ਹੈ। ਜਿਹੜੇ ਲੋਕਾਂ ਨੂੰ ਦੇਖ ਕੇ ਤੁਸੀਂ ਹੌਂਕੇ ਲੈਂਦੇ ਹੋ ਨਾ, ਫਲਾਨੀਆਂ ਗੱਡੀਆਂ ਖੜੀਆਂ, ਆਹ ਖੜੀਆਂ, ਉਹ ਅੰਦਰ ਬੰਗਲਿਆਂ 'ਚ ਬੈਠੇ ਹੌਂਕੇ ਲੈਂਦੇ ਆ। ਇੱਕ ਦੂਜੇ ਨੂੰ ਬੁਲਾਉਂਦਾ ਨਹੀਂ, ਕੋਈ ਸਤਿ ਸ੍ਰੀ ਅਕਾਲ ਵੀ ਨਹੀਂ ਮੰਨਦਾ ਇੱਕ ਦੂਜੇ ਦੀ। ਕਈਆਂ ਦੇ ਤਾਂ ਇਹ ਹਾਲ ਆ ਵੀ ਰਿਸ਼ਤੇਦਾਰ ਨੂੰ ਫੋਨ ਕਰਕੇ ਕਹਿਣਾ ਪੈਂਦਾ ਵੀ ਨਾਲ ਦੇ ਕਮਰੇ 'ਚ ਮੁੰਡਾ ਰਹਿੰਦਾ, ਉਹਨੂੰ ਪੁੱਛ ਤੂੰ ਠੀਕ ਹੈ, ਫਿਰ ਮੈਨੂੰ ਦੱਸੀ ਤੈਨੂੰ ਕਹਿੰਦਾ ਕੀ ਆ। ਆਹ ਤਾਂ ਹਾਲ ਆ ਹੈ ਨਾ। ਬੜਾ ਨਰਕ ਆ, ਬੜਾ ਵੱਡਾ, ਬਹੁਤ ਕੁੰਭੀ ਨਰਕ ਦਿਖਾਇਆ 10ਵੇਂ ਪਾਤਸ਼ਾਹ ਨੇ ਸੰਸਾਰ 'ਚ। ਇਹ ਹਾਲ ਸਾਰਿਆਂ ਦੇ ਆ, ਕਿਸੇ ਇੱਕ ਅੱਧੇ ਦੇ ਨਹੀਂ। ਬਹੁਤ ਬੁਰੇ ਹਾਲ ਆ, ਕਿਉਂਕਿ ਨੇੜੇ ਕੋਈ ਵੀ ਨਹੀਂ। ਸਿਰਫ ਇੱਕ ਗੱਲ ਕਰ ਲੈਂਦੇ ਆ ਵੀ ਕੋਈ ਪਹਿਰਾਵਾ ਪਾ ਲਿਆ ਤੇ ਦੂਜਿਆਂ ਤੇ ਆਕੜ, ਫਿਰ ਤੂੰ ਨਹੀਂ ਆਹ ਕਰਨਾ, ਤੂੰ ਨਹੀਂ ਆਹ ਕਰਨਾ, ਤੂੰ ਜੂਠੇ ਹੱਥ ਲਾਤੇ, ਤੂੰ ਆਹ ਕਰਤਾ। ਨਰਕ ਬਣਾ ਦਿੰਦੇ ਆ ਘਰ ਨੂੰ। ਉਹੋ ਜੇ ਸਿੱਖਿਆ ਦੇਣ ਵਾਲੇ ਆ ਮੂਹਰੇ, ਤੇ ਉਹ ਫਿਰ ਉਲਝਾਈ ਤੁਰੇ ਜਾਂਦੇ ਆ। ਉਹ ਜਿਹਨੂੰ ਆਪ ਨੂੰ ਮਹਾਰਾਜ ਕਹਿੰਦੇ ਟਿਕਾ ਨਹੀਂ ਆਇਆ, ਉਹ ਤੁਹਾਨੂੰ ਟਿਕਾ ਕਿੱਥੋਂ ਦੇ। ਜੋ ਬਾਹਰੀ ਗੱਲਾਂ ਫੈਲੀਆਂ ਹੋਈਆਂ ਉਹੀ ਮੱਖੀ ਤੇ ਮੱਖੀ ਮਾਰੀ ਜਾ ਰਹੀ ਆ। ਸਤਿਗੁਰੂ ਰਹਿਮਤ ਕਰਨ, ਸਾਡੇ ਸਿਰ ਤੇ ਹੱਥ ਰੱਖਣ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਆ, ਅਸੀਂ ਬਾਣੀ ਖੁਦ ਪੜ੍ਹ ਲਈਏ। ਬਾਣੀ ਪੜ੍ਹ ਲਈਏ ਤਾਂ ਸਿੱਧਾ ਤਾਂ ਪਤਾ ਲੱਗੀ ਜਾਂਦਾ ਜੀ ਸਤਿਗੁਰੂ ਕਹਿੰਦੇ ਕੀ ਹੈ। ਜੇ ਐਂ ਲੱਗਦਾ ਕਿਸੇ ਨੂੰ ਕਿ ਪੋਥੀ ਸਾਹਿਬ ਤੇ ਬੇਅਦਬੀ ਹੋ ਸਕਦੀ ਹੈ, ਤੇ ਫੋਨ 'ਚ ਤਾਂ ਆਪਾਂ ਕਰ ਹੀ ਸਕਦੇ ਹਾਂ ਨਾ। ਫੋਨ ਸਾਡੇ ਕੋਲ ਆ, ਰੋਜ਼ 1-2 ਅੰਗਾਂ ਦਾ ਪਾਠ ਖੁਦ ਕਰਕੇ ਟਾਈਮ ਕੱਢ ਕੇ ਸਾਨੂੰ ਪਤਾ ਤਾਂ ਲੱਗ ਜੇ ਨਾ ਵੀ ਸਾਨੂੰ ਜੋ ਸਮਝਾਇਆ ਬੁਝਾਇਆ ਜਾ ਰਿਹਾ ਕੀ ਉਹ ਮੇਲ ਖਾਂਦਾ ਗੁਰੂ ਗ੍ਰੰਥ ਸਾਹਿਬ ਨਾਲ, ਜਾਂ ਗੁਰੂ ਸਾਹਿਬ ਸਾਨੂੰ ਕੀ ਦੇ ਕੇ ਗਏ ਆ। ਜਦੋਂ ਕੋਈ ਕੱਲਾ ਬੰਦਾ, ਇੱਕ ਜਿਹੜੇ ਪਾਠ ਸਹਿਜ ਅਸੀਂ ਵੀ ਇੱਥੇ ਕਰਾਉਣੇ ਆ, ਬਹੁਤ ਲੋਕ ਐਂ ਕਰੀ ਜਾਂਦੇ ਆ, ਮੈਂ 4 ਕਰ ਲਏ 5 ਕਰ ਲਿਓ। ਭਰਾਵੋ ਇੰਨੇ ਨਾ ਕਰੋ।
ਇੱਕ ਹੀ ਸਹਿਜ ਪਾਠ ਬੇਸ਼ੱਕ 5 ਸਾਲ ਚ ਕਰ ਲਓ, ਸਮਝ ਕੇ ਸ਼ਬਦਾਂ ਨੂੰ ਗਾਹਾਂ ਚੱਲੋ, ਸਮਝ ਕੇ ਤੁਹਾਡੇ ਇੱਕ ਵਿਧੀ ਜਿਹੇ ਜੀ ਤੁਹਾਡੀ ਅਵਸਥਾ, ਤੁਹਾਨੂੰ ਕੋਈ ਵਿਧੀ ਮਿਲ ਜਾਣੀ ਹੈ। ਇੱਕ ਵਿਧੀ ਤੁਹਾਨੂੰ ਮਿਲ ਗਈ ਨਾ, ਤੁਹਾਡਾ ਬੇੜਾ ਪਾਰ ਹੋ ਜਾਣਾ। ਕਿਰਪਾ ਕਰਨ ਸਤਿਗੁਰੂ। ਆਪਾਂ ਸਹਿਜ ਪਾਠ ਵੀ ਆਏ ਨਾ ਕਰਾਂਗੇ, ਹੌਲੀ ਹੌਲੀ ਸਮਾਂ ਆਉਣ ਦਿਓ ਵਧੀਆ ਸੋਹਣਾ, ਅੱਧਾ ਘੰਟਾ ਆਪਾਂ ਟਾਈਮ ਰੱਖਾਂਗੇ ਕਿ ਤੁਸੀਂ ਵੀ ਜੁੜ ਜਾ ਕਰੋ। ਉਹ ਇੱਕ ਜ਼ੂਮ ਸਿਸਟਮ ਜਿਵੇਂ ਕਹਿੰਦੇ ਹੈਗਾ ਅੱਜ ਕੱਲ੍ਹ, ਉਹਦੇ 'ਤੇ ਬਣਾਵਾਂਗੇ ਆਪਾਂ ਕਿ ਉਹ ਟਾਈਮ ਕੱਢ ਕੇ ਸਾਰੇ ਸੈਟਿੰਗ ਕਰਕੇ ਕਿ 1 ਘੰਟਾ ਆਪਾਂ ਉਹ ਵੀ ਸਾਂਝ ਪਾਇਆ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਕਹਿੰਦੀ ਕੀ ਆ, ਸਾਨੂੰ ਦਿੱਤਾ ਕੀ ਆ। ਕਹੋ ਕਬੀਰ ਮਨ ਭਇਆ ਆਨੰਦਾ, ਕਹਿੰਦੇ ਮਨ ਦੇ ਵਿੱਚ ਹੁਣ ਆਨੰਦ ਹੀ ਆਨੰਦ ਆ। ਆਨੰਦ ਕੀ ਹੁੰਦਾ, ਜਾਣੀ ਉਦੋਂ ਪਹਿਲਾਂ ਸੁੱਖ ਆਉਂਦਾ। ਪਹਿਲਾਂ ਸਾਡੇ ਕੋਲੇ ਨਾ, ਮੰਨ ਲਓ ਅਸੀਂ ਧੁੱਪੇ ਤੁਰੇ ਜਾਂਦੇ ਹਾਂ, ਸਾਨੂੰ ਕਿਸੇ ਜਗ੍ਹਾ ਨਲਕਾ ਲੱਗਿਆ ਦਿਸਿਆ, ਵਧੀਆ ਸੰਘਣੀ ਸਾਹ, ਕੋਈ ਨਿੰਮ ਲੱਗਿਆ, ਕੋਈ ਬੋਹੜ ਲੱਗਿਆ, ਪਿੱਪਲ ਲੱਗਿਆ, ਅਸੀਂ ਰੁਕ ਕੇ ਠੰਡਾ ਜਲ ਸਕਿਆ, ਬਹਿ ਗਏ, ਤੇ ਉਹ ਕੀ ਆ ਗਿਆ, ਦੁੱਖ ਤੋਂ ਬਾਅਦ, ਧੁੱਪ ਦੇ ਦੁੱਖ ਤੋਂ ਬਾਅਦ ਸਾਨੂੰ ਸੁੱਖ ਮਿਲਿਆ। ਸੁੱਖ ਤੋਂ ਬਾਅਦ ਫਿਰ ਧੁੱਪ ਦਾ ਦੁੱਖ ਸ਼ੁਰੂ ਹੋ ਜਾਣਾ। ਪਹਿਲਾਂ ਤਾਂ ਸਾਨੂੰ ਨਿੱਕੇ ਸੁੱਖ ਮਿਲਦੇ ਆ, ਸਾਨੂੰ ਸਕੂਨ ਮਿਲਦਾ, ਸਾਨੂੰ ਗੁਰਮੁਖ ਪਿਆਰੇ ਉਹੋ ਜਿਹੇ ਮਿਲਦੇ ਆ, ਤਾਂ ਉਹਨਾਂ ਨਾਲ ਸੁੱਖ ਆਉਂਦਾ। ਪਹਿਲਾਂ ਸ਼ੁਰੂ 'ਚ ਸਾਨੂੰ ਪਹਿਚਾਣ ਸ਼ੁਰੂ ਹੁੰਦੀ ਆ, ਦੁੱਖ ਤੋਂ ਸੁੱਖ, ਸੁੱਖ ਤੋਂ ਦੁੱਖ, ਦੁੱਖ ਤੋਂ ਸੁੱਖ। ਮਹਾਰਾਜ ਜੀ ਨੂੰ ਕਹਿੰਦੇ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਇਹ ਵਾਰੀ ਚੱਲਦਾ ਰਹਿੰਦਾ। ਫਿਰ ਇੱਕ ਪਹਿਚਾਣ ਬਣ ਜਾਂਦੀ ਹੈ ਵੀ ਸੁੱਖ ਵਾਲਾ ਪਾਸਾ ਠੀਕ ਆ ਯਾਰ। ਫਿਰ ਇਹ ਵੀ ਪਤਾ ਲੱਗਦਾ ਵੀ ਦੁੱਖ ਕਿਉਂ ਆਉਂਦਾ। ਕੁਛ ਦੁੱਖ ਸੁੱਖ ਤਾਂ ਇਹੋ ਜਿਹੇ ਜਿਹੜੇ ਆਉਣੇ ਹੀ ਆ, ਜਿਵੇਂ ਹੁਣ ਧੁੱਪ ਆ, ਜਿਵੇਂ ਠੰਡ ਹੈ, ਠੰਡ ਦਾ ਵੀ ਇੱਕ ਆਪਣਾ ਦੁੱਖ ਹੈ, ਪਰ ਸਾਨੂੰ ਉਹ ਤੋਂ ਬਚਣ ਲਈ ਉਪਾਅ ਕਰਨੇ। ਕਈ ਲੋਕਾਂ ਦੇ ਉਪਾਅ ਨਹੀਂ ਕਰਨੇ ਚਾਹੀਦੇ, ਕਿਉਂ ਵੀ ਐਂ ਤਾਂ ਫਿਰ ਅਸੀਂ ਆਏ ਨੰਗੇ ਸੰਸਾਰ ਤੇ ਨੰਗੇ ਹੀ ਰਹਿਗੇ। ਜੇ ਗਰਮੀ ਹੈ ਤਾਂ ਸਾਨੂੰ ਉਹੋ ਜਿਹਾ ਉਪਾਅ ਕਰਨਾ ਪੈਣਾ, ਜੇ ਸਰਦੀ ਹੈ ਤਾਂ ਸਾਨੂੰ ਉਹੋ ਜਿਹਾ ਉਪਾਅ ਕਰਨਾ ਪੈਣਾ। ਹਰ ਚੀਜ਼ ਦਾ ਦੁਨੀਆ ਦੇ ਵਿੱਚ ਉਪਾਅ ਦਿੱਤਾ ਹੋਇਆ, ਤੇ ਜਿਹੜੀ ਚੀਜ਼ ਦੇ ਮਾਹਰ ਆ ਉਹ ਤੁਹਾਨੂੰ ਦੱਸ ਦਿੰਦੇ ਆ ਉਪਾਅ ਕਰ ਲਾ। ਕੁਛ ਸਾਨੂੰ ਆਪ ਨੂੰ ਹੀ ਔੜਦੇ ਹੁੰਦੇ ਆ, ਸਾਨੂੰ ਕਿਹੜਾ ਪਤਾ ਨਹੀਂ ਜੇ ਧੁੱਪ ਆ ਤੇ ਉਧਰੋਂ ਕੰਡੇ ਖਿਲਰੇ ਵੇ ਤੇ ਪੈਰਾਂ 'ਚ ਵੱਜਣਗੇ ਤੇ ਉਹਦਾ ਉਪਾਅ ਕੀ ਹੈ, ਅਸੀਂ ਜੋੜੇ ਪਾਲ ਗਏ। ਜਾਂ ਸਾਨੂੰ ਡਾਕਟਰ ਨੇ ਜਾਂ ਕਿਸੇ ਨੇ ਕਿਹਾ ਕਿ ਸਿਰ 'ਚ ਸਿੱਧੀ ਧੁੱਪਣੀ ਪੈਣੀ ਚਾਹੀਦੀ, ਤੇ ਅਸੀਂ ਸਤਰੀ ਲੈ ਲਈਏ। ਜੇ ਜਾਣਾ ਹੀ ਪੈ ਰਿਹਾ ਬਾਹਰ, ਸਿਰ 'ਤੇ ਕੋਈ ਤੌਲੀਆ ਰੱਖ ਲਈਏ ਗਿੱਲਾ ਕਰਕੇ। ਜਾਣੀ ਹਰ ਚੀਜ਼ ਦਾ ਇੱਕ ਸਿਸਟਮ ਬਣਿਆ ਹੋਇਆ, ਉਹਨੂੰ ਅਸੀਂ ਜਾਣੀਏ। ਕਬੀਰ ਸਾਹਿਬ ਕਹਿੰਦੇ ਪਰ ਹੁਣ ਮੈਂ ਸੁੱਖ ਦੁੱਖ ਤੋਂ ਉੱਪਰ ਚਲਿਆ ਗਿਆ, ਆਨੰਦ ਆ ਗਿਆ। ਆਨੰਦ ਦਾ ਕੋਈ ਉਲਟ ਨਹੀਂ ਹੁੰਦਾ, ਆਨੰਦ ਹੀ ਹੈ, ਬਸ ਇਹ ਪਰਮਾਨੰਦ ਹੀ ਹੈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਿਹਾ ਪਰਮਾਨੰਦਾ। ਹੁਣ ਪਰਮਾਨੰਦਾ ਕਿਵੇਂ ਰਹਿ ਗਿਆ ਤੇ ਭਰਮ ਕਿਵੇਂ ਚਲਿਆ ਗਿਆ, ਇਹਦਾ ਮਤਲਬ ਇਹ ਅਸੀਂ ਸਮਝ ਲਈਏ ਕਿ ਜਿਹੜਾ ਪਰਮਾਨੰਦ ਆ ਨਾ, ਇਹ ਸਾਡਾ ਸੁਭਾਅ, ਜਿਵੇਂ ਅੱਗ ਦਾ ਸੁਭਾਅ ਸਾੜਨਾ ਹੈ, ਉਹ ਵੱਧ ਮੱਚਦੀ ਹੈ ਜਿੰਨਾ ਉਹਦੇ 'ਚ ਚੀਜ਼ਾਂ ਪਾਓਗੇ, ਤੇ ਉਹ ਸੇਕ ਦਿੰਦੀ ਹੈ। ਸੇਕ ਦੇਣਾ ਉਹਦਾ ਸੁਭਾਅ। ਪਾਣੀ ਦਾ ਸੁਭਾਅ ਕਿ ਥੱਲੇ ਵੱਲ ਨੂੰ ਬਹਿਣਾ ਤੇ ਪਿਆਸ ਬੁਝਾਉਣੀ। ਹਵਾ ਦਾ ਸੁਭਾਅ ਚੱਲਣਾ। ਹਰ ਚੀਜ਼ ਆਪਣੇ ਸੁਭਾਅ 'ਚ ਬਹਿ ਰਹੀ ਹੈ। ਨਿੰਮ ਆਪਣੇ ਸੁਭਾਅ 'ਚ ਬਹਿੰਦਾ, ਉਹਦੇ 'ਚ ਉਹੀ ਤੱਤ ਆ, ਕੌੜੇ ਕੁੜੈਣ ਬਣਦੀ ਹੈ ਜੀ ਤੋਂ। ਔਲਾ ਆਪਣੇ ਸੁਭਾਅ 'ਚ ਬਹਿੰਦਾ, ਉਹਦੇ 'ਚ ਉਹੀ ਵਿਟਾਮਿਨ ਈ ਸੀ ਸਾਰੇ ਆ ਜਿਹੜੇ ਵਿਗਿਆਨ ਅੱਜ ਦੱਸਦਾ, ਸਾਡੇ ਰਿਸ਼ੀਆਂ ਨੇ 10,000 ਸਾਲ ਪਹਿਲਾਂ ਲਿਖੇ ਪਏ ਆ ਗ੍ਰੰਥਾਂ 'ਚ, ਕਿ ਕੱਲੀ ਜੜੀ ਬੂਟੀ ਦੀ ਕੀ ਥਿਉਰੀ ਆ, ਕਿਹੜੇ ਉਹਦੇ 'ਚ ਤੱਤ ਆ। ਅਸੀਂ ਤਾਂ ਪੜ੍ਹਦੇ ਹੀ ਨਹੀਂ ਹਾਂ, ਅਸੀਂ ਤਾਂ ਇੱਕ ਐਂ ਹੱਥ ਮਾਰ ਦਿੰਦੇ ਵੀ ਬਾਹਰ ਵਾਲਿਆਂ ਨੂੰ ਪਤਾ, ਸਾਡੇ ਤਾਂ ਕੁਛ ਵੀ ਨਹੀਂ ਇੱਥੇ। ਸਾਨੂੰ ਇਹ ਪਤਾ ਹੀ ਨਹੀਂ ਕਿ ਪੂਰੀ ਦੁਨੀਆ 'ਤੇ ਜਿਹੜੀ ਆ ਗਿਣਤੀ ਹੁੰਦੀ ਹੈ, ਨਮੈਰੋਲੋਜੀ ਆ, ਅੱਖਰ 1 ਤੋਂ 9 ਤੱਕ ਭਾਰਤ ਨਹੀਂ ਦਿੱਤੇ ਆ, ਸਾਡੇ ਗ੍ਰੰਥਾਂ ਤੋਂ ਹੀ ਗਏ ਹੋਏ ਅੱਖਰ ਆ। ਸਾਡਾ ਹੀ ਸਾਰਾ ਦਿੱਤਾ ਵਾ, ਪੂਰੇ ਭਾਰਤ ਵਰਸ ਨੇ ਨਾ ਪੂਰੀ ਦੁਨੀਆ ਨੂੰ ਬਹੁਤ ਕੁਝ ਦਿੱਤਾ। ਐਵੇਂ ਭਾਰਤ ਨੂੰ ਜਗਤ ਗੁਰੂ ਨਹੀਂ ਕਹਿੰਦੇ, ਐਵੇਂ ਨਹੀਂ 10 ਗੁਰੂਆਂ ਨੇ ਇੱਥੇ ਜਨਮ ਲਿਆ, ਇੰਨੇ ਰਿਸ਼ੀ ਮੁਨੀ ਹੋਏ। ਅਸੀਂ ਆਰਥਿਕ ਤੌਰ 'ਤੇ ਥੋੜ੍ਹੇ ਪਸੜੇ ਹੋਣ ਕਰਕੇ ਅਸੀਂ ਪਿਆਰ ਹੀ ਨਹੀਂ ਕਰ ਸਕੇ ਆਪਣੀਆਂ ਚੀਜ਼ਾਂ ਨੂੰ, ਸਾਨੂੰ ਸਮਝ ਹੀ ਨਹੀਂ ਆਈ ਹਲੇ। ਜਾਣੀ ਸਾਡਾ ਤਾਂ ਟਾਈਮ ਹਲੇ ਆਉਣਾ, ਸਾਡੀ ਤਾਂ ਕੋਈ ਸੱਤਾ ਆਉਣੀ ਆ ਹਲੇ, ਜਿਹਦੇ 'ਚ ਬਹਿ ਕੇ ਇਹਨਾਂ ਗੱਲਾਂ ਨੂੰ ਵਿਚਾਰਿਆ ਜਾਣਾ ਕਿ ਸਾਡੇ ਕੋਲੇ ਕਿੱਡਾ ਵੱਡਾ ਖਜ਼ਾਨਾ, ਕੀ ਸਿਸਟਮ ਆ ਸਾਡੇ ਕੋਲੇ। ਤੇ ਇਹ ਤੋਂ ਕਬੀਰ ਸਾਹਿਬ ਕਹਿੰਦੇ ਪਤਾ ਕੀ ਆ, ਪਰਮਾਨੰਦ ਸਾਡੇ ਕੋਲੇ ਪਹਿਲਾਂ ਹੀ ਸੀ, ਥਿਉਰੀ ਸਾਡੇ ਕੋਲੇ ਸੀਗੀ। ਸਾਡਾ ਸੁਭਾਅ ਹੈਗਾ ਪ੍ਰੇਮਮਈ ਹੋਣਾ, ਆਨੰਦਮਈ ਰਹਿਣਾ, ਹਰ ਗੱਲ ਦੇ ਵਿੱਚ ਖੁਸ਼ੀ ਮਨਾਉਣੀ। ਪਰ ਸੰਨ 'ਚ ਭਰਮ ਆ ਗਿਆ ਸੀ। ਭਰਮ ਕਿਵੇਂ ਆਉਂਦਾ, ਗਲਤ ਸਿੱਖਿਆਵਾਂ ਨਾਲ, ਗਲਤ ਸੰਗਤ ਨਾਲ, ਗਲਤ ਪਾਸਿਆਂ 'ਤੇ ਜਾਣ, ਇੱਕ ਭਰਮ ਜਾਲ ਖੜਾ ਹੋ ਜਾਂਦਾ। ਜਾਂ ਕੁਛ ਲੋਕ ਸਾਨੂੰ ਭਰਮ 'ਚ ਪਾ ਕੇ ਲੁੱਟਣਾ ਚਾਹੁੰਦੇ ਹੁੰਦੇ, ਉਹ ਭਰਮ ਜਾਲ ਖੜਾ ਕਰਦੇ ਆ। ਜਦੋਂ ਹੀ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ, ਭਰਮ ਚੱਕਿਆ ਜਾਂਦਾ, ਫਿਰ ਅਸਲੀਅਤ ਫੇਰ ਰਹਿ ਜਾਂਦੀ ਹੈ। ਜਿਹਨੂੰ ਮਾਰੇ ਕਹਿੰਦੇ ਗਿਆ ਭਰਮ ਰਿਹਾ ਪਰਮਾਨੰਦਾ। ਕਿਉਂ ਰਿਹਾ ਪਰਮਾਨੰਦਾ? ਕਿਉਂਕਿ ਉਹ ਸੀਗਾ ਪਹਿਲਾਂ ਹੀ, ਅਸੀਂ ਵਿੱਚ ਦੀ ਗੈਪ ਪੈ ਗਿਆ ਸੀ, ਉਹ ਉਵੇਂ ਹੀ ਸੀਗਾ ਪਹਿਲਾਂ ਹੀ।
ਤੇ ਹੁਣ ਗੁਰੂ ਨੇ ਕੀ ਕੀਤਾ, ਜਿੱਥੋਂ ਗੱਲ ਸ਼ੁਰੂ ਹੋਈ ਹੈ, ਜੈ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਗੁਰੂ ਨੇ ਪ੍ਰਕਾਸ਼ ਦੇਤਾ, ਸ਼ਬਦ ਦਾ, ਧਿਆਨ ਦਾ ਇੱਕ ਪ੍ਰਕਾਸ਼ ਦੇਤਾ। ਉਹ ਪ੍ਰਕਾਸ਼ ਜਿਵੇਂ ਜਿਵੇਂ ਕੋਣਿਆਂ 'ਚ ਪੈਂਦਾ ਗਿਆ, ਸਾਰਾ ਕੁਝ ਕਲੀਨ ਕਰਦਾ ਗਿਆ। ਤੇ ਉਹ ਕਲੀਨਤਾ ਨਾਲ ਸਾਨੂੰ ਪਤਾ ਲੱਗਿਆ ਕਿ ਜਿਹੜਾ ਮੇਨ ਪਰਮਾਨੰਦ ਸੀ ਉਹ ਤਾਂ ਸਾਡੇ ਅੰਦਰ ਹੀ ਸੀ। ਹੁਣ ਇੱਕ ਗੱਲ ਸਾਨੂੰ ਹੁਣ ਫੋਨ ਵਿੱਚ ਆਉਂਦੇ ਆ, ਕਹਿੰਦੇ ਜੀ ਪਾਠ ਕਰਨ ਵੇਲੇ ਐ ਬੈਠਣ ਵੇਲੇ ਖਿਆਲ ਹੀ ਬੜੇ ਭੈੜੇ ਆਉਂਦੇ ਆ, ਬੜਾ ਕੁਛ ਆਉਂਦਾ ਹੈ, ਬੁਰਾ ਹਾਲ ਹੋ ਜਾਂਦਾ ਜੀ। ਐਂ ਤਾਂ ਉਦੋਂ ਹਲੇ ਨਹੀਂ ਆਉਂਦਾ, ਜਦੋਂ ਗੁਟਕੇ ਨੂੰ ਚੱਕਦੇ ਆ, ਹੱਥ ਪਾਉਣੇ ਆ, ਨਾਲ ਦੀ ਨਾਲ ਚੱਲ ਪੈਂਦੇ ਆ। ਭਾਈ ਗੱਲ ਇੰਨੀ ਕੀ ਆ ਕਿ ਆਪਾਂ ਕਿਤੇ ਬਾਹਰ ਗਏ ਹੋਈਏ ਮਹੀਨਾ 2 ਮਹੀਨੇ, ਆਪਣਾ ਜਿਹੜਾ ਘਰ ਹੈ, ਜਦੋਂ ਆਪਾਂ ਵਾਪਸ ਆ ਕੇ ਜਿੰਦਾ ਖੋਲਾਂਗੇ, ਉੱਥੇ ਮੱਕੜੀਆਂ ਨੇ ਜਾਲੇ ਪਾਲੇ ਹੋਣੇ ਆ, ਜਾਨਵਰਾਂ ਨੇ ਆਲ੍ਹਣੇ ਪਾਲੇ ਹੋਣੇ ਆ, ਟਿੱਡੀਆਂ ਪਲਪੀਆਂ ਆਪੇ ਹੀ ਪੈਦਾ ਹੋ ਗਈਆਂ ਹੋਣੀਆਂ। ਉਹ ਸਾਰਾ ਕੁਝ ਹੁੰਦਾ ਕਿਉਂਕਿ ਅਸੀਂ ਜਨਮਾਂ ਤੋਂ ਅੰਦਰ ਤਾਂ ਗਏ ਹੀ ਨਹੀਂ ਨਾ। ਅਸੀਂ ਜੇ ਕਿਤੇ ਅੰਦਰ ਗਏ ਹੁੰਦੇ ਤਾਂ ਸਾਡੇ ਫਿਰ ਆਹ ਜਿਹੜੀਆਂ ਭਟਕਣਾ ਸਾਨੂੰ ਲੱਗੀਆਂ ਵੀ ਸਾਨੂੰ ਇਹ ਕਿੱਥੇ ਹੋਣੀਆਂ ਸੀ। ਜਿਹੜੇ ਸਾਡੇ ਹਾਲ ਬੁਰੇ ਆ, ਇਹ ਜੇ ਅਸੀਂ ਅੰਦਰ ਦੀ ਸਮਝ ਸਾਨੂੰ ਆਈ ਹੁੰਦੀ, ਫਿਰ ਅਸੀਂ ਆ ਜਨਮਾਂ 'ਚ ਭਟਕਦੇ ਕਿਉਂ? ਅਸੀਂ ਕਦੇ ਅੰਦਰ ਗਏ ਨਹੀਂ। ਇਹਦੇ ਕਾਰਨ ਕਰਕੇ ਅੰਦਰ ਕਿਲ ਵਿਖ ਬਹੁਤ ਆ, ਬਹੁਤ ਕਿਲ ਵਿਖ ਆ, ਬਹੁਤ ਕੁਛ ਆ। ਜਦੋਂ ਅਸੀਂ ਨੇੜੇ ਆਵਾਂਗੇ ਨਾ, ਅਸੀਂ ਬਾਣੀ ਵਾਲੇ ਪਾਸੇ ਆਵਾਂਗੇ, ਅਸੀਂ ਬਾਣੀ ਪੜ੍ਹਾਂਗੇ, ਜਾਪ ਕਰਾਂਗੇ, ਪਾਠ ਕਰ। ਜਾਪ ਅਸਲ 'ਚ ਦਿੱਤਾ ਹੀ ਇਸ ਕਰਕੇ ਜਾਂਦਾ ਕਿ ਤੁਸੀਂ ਸੋਚਣ ਦਾ ਟਾਈਮ ਹੀ ਨਾ ਲੱਗੇ, ਇੱਕ ਅੱਖਰ ਨੂੰ, ਇੱਕ ਸ਼ਬਦ ਨੂੰ ਉੱਤੋਂ ਦੀ ਉੱਤੋਂ ਚੜਾਉਂਦੇ ਹੀ ਤੁਰੇ ਜਾਓ। ਮਨ ਨੂੰ ਇਹਨਾਂ ਟਾਈਮ ਹੀ ਨਾ ਦਿਓ ਕਿ ਉਹ ਖਿਆਲ ਕਰ ਸਕੇ ਕਿਸੇ ਚੀਜ਼ ਦਾ। ਜਦੋਂ ਇਸ ਤਰ੍ਹਾਂ ਕਰਦੇ ਕਰਦੇ ਜੇ ਵਿੱਚ ਦੀ ਕਿਤੇ 1-2 ਸਕਿੰਟ ਵੀ ਉਹ ਫ੍ਰੀ ਹੋ ਗਿਆ ਨਾ, ਤੇ ਉਹ ਜਿਵੇਂ ਕੋਈ ਲਾਈਟ ਦਾ ਝਲਕਾਰਾ ਵੱਜ ਜਾਂਦਾ 1 ਸਕਿੰਟ 'ਚ, ਤੇ ਉਹ ਸਕਿੰਟ 'ਚ ਵੱਜਿਆ ਵਾ ਝਲਕਾਰਾ ਤੁਹਾਨੂੰ ਇੱਕ ਸਵਾਦ ਦੇ ਦਿੰਦਾ, ਇੱਕ ਰਸ ਦੇ ਦਿੰਦਾ। ਉਹ ਫਿਰ ਐਂ ਲੱਗਦਾ ਵੀ ਯਾਰ ਅੱਛਾ ਆਹ ਗੱਲ ਹੈਗੀ। ਇਹੋ ਜਿਹਾ ਰਸ ਜੇ ਕਿਤੇ ਹੋਰ ਆ ਜੇ, ਫਿਰ ਕਦੇ 2 ਸਕਿੰਟ ਆ ਜਾਂਦਾ ਹੈ, ਕਦੇ ਮਿੰਟ ਆ ਜਾਂਦਾ ਹੈ। ਐਂ ਕਰਦੇ ਕਰਦੇ ਮਨ ਰਸੀਆ ਹੈ, ਇਹਨੂੰ ਫਿਰ ਗੱਲ ਇੱਥੇ ਆ ਜਾਂਦੀ ਹੈ। ਫਿਰ ਇਹ ਹੌਲੀ ਹੌਲੀ ਜਪਦਾ ਵੀ ਹੈ, ਫਿਰ ਇਹ ਪੜ੍ਹਦਾ ਵੀ ਹੈ, ਫਿਰ ਉਹ ਆਨੰਦ ਨੂੰ ਲੈਣ ਦਾ ਮਾਰਾ ਬਹੁਤ ਕੁਛ ਕਰਦਾ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜਾ ਸਿਸਟਮ ਹੈ, ਇਹਨੂੰ ਅਸੀਂ ਜਾਣਨਾ, ਅਸੀਂ ਇਹਦੇ ਨੇੜੇ ਆਉਣਾ। ਤੇ ਜਿਵੇਂ ਅਸੀਂ ਸਫਾਈ ਕਰਾਂਗੇ ਨਾ ਉਸ ਘਰ ਦੀ, ਮੰਨ ਲਓ ਅਸੀਂ ਜਾ ਕੇ ਬਾਹਰ ਖੋਲ੍ਹਿਆ, ਟੂਟੀ ਤੋਂ ਪੈਪ ਲਾਹੀ, ਤੇ ਅਸੀਂ ਆ ਬੈਡਾਂ ਬੁੱਡਾਂ ਦੇ ਥੱਲੇ ਸਾਰੇ ਪਾਣੀ ਮਾਰਨ ਲੱਗੇ, ਤੇ ਉਧਰ ਤਾਂ ਟਿੱਡੀਆਂ ਪਲਪੀਆਂ ਰੇਤਾ ਤੁਰ ਪਿਆ ਉਹਨਾਂ ਨੂੰ। ਤੇ ਜੇ ਹੁਣ ਅਸੀਂ ਚੀਕਾਂ ਮਾਰਨ ਲੱਗ ਜਾਈਏ, ਹਾਏ ਇੰਨਾ ਗੰਦ ਆ ਗਿਆ, ਆ ਗਿਆ ਰੇਤਾ, ਕਾਲਾ ਕਾਲਾ ਪਾਣੀ ਆ ਗਿਆ, ਬੰਦ ਕਰੋ ਬੰਦ ਕਰੋ। ਜੇ ਅਸੀਂ ਐਵੇਂ ਬੰਦ ਕਰ ਦੇਈਏ, ਫਿਰ ਤਾਂ ਸਾਡਾ ਘਰ ਗੰਦਾ ਹੀ ਰਹਿ ਜੂਗਾ, ਸਦਾ ਲਈ ਗੰਦਾ ਰਹਿ ਜੂ। ਹੋ ਸਕਦਾ ਵਿੱਚ ਚੂਹੀਆਂ ਮਰੀਆਂ ਪਏ ਹੁਣ, ਤੋਂ ਮੁਸਕ ਮਾਰੂਗਾ ਉਸ ਘਰ 'ਚ, ਅਸੀਂ ਰਹਿ ਹੀ ਨਹੀਂ ਸਕਣਾ। ਪਰ ਸਾਨੂੰ ਪਤਾ, ਇੰਨੀ ਕਿ ਸਿਆਣਪ ਤਾਂ ਸਾਨੂੰ ਫਿਰ ਹੈਗੀ ਆ। ਸਾਨੂੰ ਪਤਾ ਕਿ ਇਹ ਉਨਾ ਚਿਰ ਹੀ ਗੰਦਾ ਪਾਣੀ ਆਉਂਦਾ ਜਿੰਨਾ ਚਿਰ ਇਹ ਗੰਦ ਫਿਰਦਾ। ਤੇ ਸਾਨੂੰ ਆਮ ਹੀ ਕੋਈ ਸਿਆਣਾ ਬੰਦਾ ਕੋਲੇ ਖੜਾ, ਸਾਡਾ ਮਾਂ ਬਾਪ ਜਾਂ ਚਾਚਾ ਤਾਇਆ, ਕਹਿੰਦਾ ਪਾਣੀ ਪਾਈ ਚੱਲ ਕੋਈ ਨਾ, ਉਧਰੋਂ ਝਾੜੂ ਲਾਓ ਜਾਂ ਮਾਰੋ ਕੋਈ ਪੋਚਾ, ਤੇ ਜਦੋਂ ਗੰਦ ਜਾਂ ਨਿਕਲ ਗਿਆ ਪਾਣੀ ਸਾਫ਼ ਹੋਣਾ ਸ਼ੁਰੂ ਹੋ ਜੇ। ਜਦੋਂ ਸਾਫ਼ ਹੋਣਾ ਹੋ ਗਿਆ ਫਿਰ ਬੰਦ ਕਰ ਦਿਓ, ਸਮਝ ਲਓ ਵੀ ਕਲੀਨ ਹੋ ਗਿਆ ਸਾਰਾ ਕੁਛ। ਇਸ ਤਰ੍ਹਾਂ ਸਾਨੂੰ ਮਹੀਨਾ 2 ਮਹੀਨੇ 3 ਮਹੀਨੇ ਦਾ ਕਮ ਸੇ ਕਮ ਕਲੀਨਿੰਗ ਕਰਨ 'ਤੇ ਲੱਗਦੇ ਆ। ਜਿਹੜੀ ਸਾਡੇ ਅੰਦਰ ਇਹ ਪਈ ਆ ਮੈਲ, ਜਨਮਾਂ ਦੀ ਮਰ ਲੱਗੀ ਇਸ ਮਨ ਕੋ ਕਾਲਾ ਹੋਇਆ ਸਿਆ, ਉਹਨੂੰ ਧੋਣਾ ਪੈਂਦਾ। ਜਦੋਂ ਅਸੀਂ ਇਹ ਕਰਦੇ ਆ ਨਾ, ਉਦੋਂ ਆਈ ਜਾਣ ਖਿਆਲ, ਆਪਾਂ ਕੀ ਲੈਣਾ। ਸਾਨੂੰ ਹੁਕਮ ਹੈ ਬਾਣੀ ਪੜ੍ਹਨ ਦਾ, ਅਸੀਂ ਬਾਣੀ ਪੜ੍ਹ ਗਏ, ਬਸ ਪੜ੍ਹੋ ਪਿਆਰ ਨਾਲ, ਗਾ ਗਾ ਕੇ। ਉਹ ਤੁਸੀਂ ਨਿਯਮ ਪੂਰਾ ਕਰਤਾ ਨਾ, ਉਦੋਂ ਬਾਅਦ ਫਿਰ ਕੁਛ ਪੰਗਤੀਆਂ ਤੁਹਾਡੇ ਮਗਰ ਲੱਗ ਲੈਣਗੀਆਂ, ਜਿਹੜੀਆਂ ਵਾਰੀ ਚੇਤੇ ਆਉਣਗੀਆਂ। ਫਿਰ ਉਹਨਾਂ ਨੂੰ ਧਿਆਓ, ਚੇਤੇ ਕਰੋ। ਐਂ ਕਰਦੇ ਕਰਦੇ ਇੱਕ ਰਾਹ ਬਣਦਾ। ਫਿਰ ਕੀ ਹੁੰਦਾ, ਜਿਹੜੇ ਰਾਹ ਅਸੀਂ ਤੁਰਦੇ ਹਾਂ, ਤੇ ਕਈ ਵਾਰੀ ਉਹ ਰਾਹ 'ਤੇ ਤੁਰਿਆ ਵਾ ਕੋਈ ਜਾਗਿਆ ਵਾ ਟੱਕਰ ਜਾਂਦਾ, ਕੋਈ ਬਖਸ਼ਿਆ ਹੋਇਆ ਟੱਕਰ ਜਾਂਦਾ, ਜਿਹਦੇ ਤੋਂ ਕਿਰਪਾ ਹੁੰਦੀ ਹੈ, ਜਿਹਦੇ ਕੋਲੇ ਸਹਿਜ ਸਕੂਨ ਸ਼ਾਂਤੀ, ਉਹਨੂੰ ਫਿਰ ਸਾਨੂੰ ਇੱਕ ਹੌਸਲਾ ਹੋ ਜਾਂਦਾ ਕਿ ਜੇ ਆਹ ਬੰਦਾ ਪਹੁੰਚ ਸਕਦਾ, ਆਪਾਂ ਕਿਉਂ ਨਹੀਂ। ਜਦੋਂ ਇਹਨੂੰ ਮਿਲਿਆ, ਮੈਨੂੰ ਕਿਉਂ ਨਹੀਂ ਮਿਲੂਗਾ। ਸਾਨੂੰ ਇਹਨਾਂ ਪਾਸੇ ਇੱਕ ਰੀਸ ਚਾਹੀਦੀ ਹੈ ਸਾਰੇ ਪਾਸੇ, ਇਹ ਚੰਗੀ ਗੱਲ ਆ, ਤੇ ਉਹ ਫਿਰ ਸਾਨੂੰ ਮਿਲ ਜਾਂਦੀ ਹੈ। ਫਰੀਦ ਸਾਹਿਬ ਨੇ ਕਿਹਾ, ਕਹਿੰਦੇ ਫਰੀਦਿਆ ਤੁਰਿਆ ਜਾ, ਸ਼ਾਇਦ ਕੋਈ ਟੱਕਰ ਜੇ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਸਾਨੂੰ ਉਵੇਂ ਜਿਵੇਂ ਧਿਆਨ ਰੱਖਣਾ ਪੈਂਦਾ, ਜਾਣੀ ਜੋ ਅਸੀਂ ਚਾਹੁੰਦੇ ਆ ਨਾ, ਜਿੱਥੇ ਜਾਣਾ, ਸਾਡੇ ਜੋ ਚਿੱਤ 'ਚ ਹੈ, ਉਹਦੇ ਨਾਲ ਸੰਬੰਧਿਤ ਸਾਨੂੰ ਮੌਕੇ ਮੇਲ ਮਿਲਦੇ ਹੀ ਰਹਿੰਦੇ ਹੁੰਦੇ ਆ। ਜਿਹੜੇ ਹੋਰ ਸਾਰੇ ਮੌਕੇ ਮੇਲ ਹੈ, ਉਹ ਸਾਡੇ ਜਿੱਦੇ ਆਹ ਸਾਹ ਰੁਕ ਗਿਆ, ਪੌਣ ਗੁਰੂ ਰੁੱਸ ਗਿਆ, ਇੱਥੇ ਹੀ ਖਤਮ ਹੋ ਜਾਣੇ ਆ। ਜਿਹੜੀ ਇਹ ਚੀਜ਼ ਆਪਣੇ ਆਪ ਨੂੰ ਜਾਣਨ ਵਾਲੀ, ਇਹ ਜੇ ਮਾੜੀ ਮੋਟੀ ਅਧੂਰੀ ਵੀ ਰਹਿ ਗਈ, ਅੱਗੋਂ ਅਗਲੇ ਜਨਮ ਸਹੀ। ਜਿਹੜਾ ਆਪਾਂ ਕਹਿੰਦੇ ਨਹੀਂ ਕਿ ਛੋਟੀ ਉਮਰ 'ਚ ਹੀ ਬੜਾ ਗਿਆਨ ਹੋ ਜਾਣਾ, ਉਹੀ ਲੋਕ ਹੁੰਦੇ ਜਿਹੜੇ ਪਹਿਲਾਂ ਬੜੀ ਮਿਹਨਤ ਕਰਦੇ ਆ ਰਹੇ ਹੁੰਦੇ ਆ। ਇੱਕ ਜਨਮ ਦੀ ਖੇਡ ਨਹੀਂ ਹੈ। ਜੇ ਆਪਾਂ ਇਸ ਜਨਮ 'ਚ 10% ਵੀ ਨਿਬੇੜ ਲਾਂਗੇ ਨਾ, ਇਦੋਂ ਅਗਲੇ 'ਚ 20 ਤੀ ਨਿਬੜ ਜੂ, ਕੋਈ ਹੋਰ ਵਧੀਆ ਗੁਰੂ ਟੱਕਰ ਜੂ, ਕੋਈ ਗੱਲਬਾਤ ਬਣ ਜਾਂਦੀ ਹੁੰਦੀ ਆ। ਜਾਣੀ ਇੰਨੀ ਇਹ ਕਾਹਲ ਵਾਲਾ ਕੰਮ ਵੀ ਨਹੀਂ ਹੈ, ਤੇ ਬਾਹਲਾ ਇਹ ਡਿਲੇ ਕਰਨ ਵਾਲਾ ਵੀ ਨਹੀਂ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਨਿਤਨੇਮ ਵੱਡਾ, ਨਿਤ ਉੱਠਣ ਸਾਰ ਪਹਿਲਾਂ ਇਹੀ ਕੰਮ ਕਰੋ, ਜਿਹਨੇ ਸਾਨੂੰ ਸੰਸਾਰ 'ਚ ਭੇਜਿਆ ਉਹਨੂੰ ਚੇਤੇ ਰੱਖੋ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਮਨ ਭਇਆ ਆਨੰਦਾ, ਕਿਉਂਕਿ ਮੈਂ ਚੇਤੇ ਕਰਦਾ ਸੀ, ਮੈਂ ਧਿਆਇਆ, ਗਿਆ ਭਰਮ ਰਿਹਾ ਪਰਮਾਨੰਦਾ। ਸਾਨੂੰ ਤਾਂ ਅੱਜ ਸੌਖਾ, ਸਾਨੂੰ ਤਾਂ ਸਾਰੇ ਕਹਿੰਦੇ ਜਪੋ ਜਪੋ। ਕਬੀਰ ਸਾਹਿਬ ਵੇਲੇ ਤਾਂ ਬੜੀਆਂ ਪਾਬੰਦੀਆਂ ਸੀ। ਆਪਾਂ ਆਉਣ ਵਾਲੇ ਦਿਨਾਂ 'ਚ ਕੋਈ ਗੱਲ ਕਰਾਂਗੇ, ਟਾਈਮ ਕਾਫੀ ਹੋ ਗਿਆ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਰਹਿਮਤ ਕਰਨ। ਜੋ ਬਖਸ਼ਿਸ਼ਾਂ ਦਸਵੇਂ ਪਾਤਸ਼ਾਹ ਸੱਚੀ ਸਰਕਾਰ ਸਾਹੇ ਸਹਿਣਸਾਹ ਨੇ ਬਖਸ਼ੀਆਂ, ਕੋਸ਼ਿਸ਼ ਕਰਾਂਗੇ ਕਿ ਉਹ ਬਖਸ਼ਿਸ਼ਾਂ ਤੁਹਾਡੇ ਤੱਕ ਪਹੁੰਚਦੀਆਂ ਕਰੀਏ, ਤੇ ਪਹੁੰਚਣ ਵੀ ਉਹ ਜਿਹੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਦਿੱਤੀਆਂ, ਜਿਹਦੇ ਤੇ ਕਦੇ ਕੋਈ ਸ਼ੰਕਾ ਵੀ ਨਾ ਜ਼ਿੰਦਗੀ ਭਰ ਜੀਵਨ 'ਚ ਉੱਠੇ। ਮਹਾਰਾਜ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ। ਗੁਰੂ ਨਾਨਕ ਸਾਹਿਬ ਜਗਤ ਗੁਰ ਬਾਬਾ ਗੁਰੂ ਨਾਨਕ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ। ਫਤਿਹ ਕਰਿਓ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।